ਹੁਣ ਅਸੀਂ ਆਪਣੀ ਕਲਚਰ 'ਚ ਨਹੀਂ ਹੈ, ਸਾਨੂੰ ਇੱਥੇ ਇੰਗੇਜ ਹੋਣਾ, ਇੱਥੇ ਦੀ ਕਲਚਰ ਲਰਨ ਕਰਨੀ ਹੈ। ਸਾਡੇ ਬੱਚਿਆਂ ਲਈ ਉਹ ਵੀ ਇੱਕ ਚੈਲੰਜ ਹੈ ਕਿ ਘਰ ਮੈਂ, ਕਿਉਂਕਿ ਮੇਰੇ ਪੇਰੈਂਟਸ ਦੀ ਕਲਚਰ ਅਲੱਗ ਹੈ, ਉਹ ਡਿਫਰੈਂਟ ਸੋਚਦੇ ਹੈ, ਕਲੈਕਟਿਵ ਕਲਚਰ ਹੈ, ਤੇ ਬਾਹਰ ਮੇਰੀ ਕੀ ਕਲਚਰ ਹੈ। ਸਬਸਟੈਂਸ ਅਬਿਊਜ਼ ਹੈਗਾ ਪੇਰੈਂਟਸ ਦੇ ਵਿੱਚ, ਖੁਦ ਕਈ ਵਾਰੀ ਆਪਣੇ ਉਹਨਾਂ ਦੇ ਮੈਂਟਲ ਹੈਲਥ ਇਸ਼ੂਜ਼ ਹੈਗੇ, ਤਾਂ ਉਹ ਅਨਇਨਵੋਲਵਡ ਪੇਰੈਂਟਿੰਗ ਜਿਹੜੀ ਅਸੀਂ ਕਹਿੰਦੇ ਹਾਂ ਕਿ ਬੱਚੇ ਆਪਣੇ ਆਪ ਹੀ ਬੜੇ ਹੋ ਗਏ, ਜਿਸ ਤਰ੍ਹਾਂ ਕਿ ਹਾਈ ਸਕੂਲ ਤੇ ਏਜ ਗਰੁੱਪ ਦੇ ਬੱਚੇ ਕਾਫੀ ਸਟਰਗਲ ਕਰ ਰਹੇ ਨੇ ਐਂਗਜ਼ਾਇਟੀ, ਡਿਪਰੈਸ਼ਨ, ਇਸ ਇਸ਼ੂਜ਼ ਦੇ ਨਾਲ। ਔਰ ਕਿਤੇ ਨਾ ਕਿਤੇ ਪੜ੍ਹਾਈ ਦਾ ਪ੍ਰੈਸ਼ਰ ਹੈ, ਸੋਸ਼ਲ ਮੀਡੀਆ 'ਚ ਜਦ ਜੋ ਕੁਛ ਅਸੀਂ ਦੇਖਦੇ ਹਾਂ ਸਾਨੂੰ ਉਹੀ ਲੱਗਦਾ ਇਹ ਰਿਐਲਿਟੀ ਹੈ, ਤੇ ਅਸੀਂ ਕਿਤੇ ਪਿੱਛੇ ਰਹਿ ਗਏ। ਬੱਚੇ ਇੰਨੇ ਅਵੇਅਰ ਹੈ, ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਇੱਕ ਕਲਿੱਕ ਤੇ ਅਵੇਲੇਬਲ ਹੈ, ਜੋ ਸਾਡੇ ਲੋਕਾਂ ਨੂੰ ਨਹੀਂ ਸੀ। ਪੇਰੈਂਟਸ ਫਿਕਰ ਕਰਦੇ ਆ ਕਿ ਬੱਚੇ ਨੂੰ ਨਾ ਫੜਾਈਏ ਤਾਂ ਵੀ ਪ੍ਰੋਬਲਮ, ਜੇ ਦਈਏ ਇਹਨਾਂ ਦੇ ਫੋਨਸ ਤਾਂ ਵੀ ਪ੍ਰੋਬਲਮ। There is no rule book. There are times जब हम बहुत disheartened feel करते हैं. There are no right or wrong answers and nobody is a bad parent. हम सब अपने पेरेंट्स से अच्छा करना चाहते हैं, तो अपनी नीड्स का ध्यान जरूर रखें, अपने को एक ब्रेक जरूर दें। गायत्री जी बहुत बहुत स्वागत, गुड आफ्टरनून। थैंक यू गुरप्रीत, थैंक यू फॉर इनवाइटिंग मी। ਤਾਂ ਜਿਸ ਤਰ੍ਹਾਂ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤਾਂ ਡਿਸਕਲੇਮਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਸਿਰਫ ਇੱਕ ਜਾਣਕਾਰੀ ਲਈ ਹੈ, ਜਾਗਰੂਕਤਾ ਲਈ ਹੈ, ਤੇ ਜੇ ਕਿਸੇ ਨੂੰ ਵੀ ਸਪੈਸੀਫਿਕ ਸਪੋਰਟ ਚਾਹੀਦੀ ਹੈ ਤਾਂ ਪਲੀਜ਼ ਕਿਸੇ ਕਾਉਂਸਲਰ ਜਾਂ ਸਾਈਕੋਲੋਜਿਸਟ ਨੂੰ ਉਹ ਸੰਪਰਕ ਕਰਨ। ਤਾਂ ਅੱਜ ਦਾ ਸਾਡਾ ਵਿਸ਼ਾ ਹੈ ਪੇਰੈਂਟਿੰਗ, ਪਰਵਰਿਸ਼, ਪਾਲਣ ਪੋਸ਼ਣ ਬੱਚਿਆਂ ਦਾ। ਤਾਂ ਜਿਹੜੀ ਸਾਡੀ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਹੈ, ਉਹਨਾਂ ਨੇ ਡਿਫਾਈਨ ਕੀਤਾ ਪੇਰੈਂਟਿੰਗ ਨੂੰ, ਉਹ ਕਿ ਮਤਲਬ 3 ਡਾਇਮੈਂਸ਼ਨਸ ਉਹ ਕਹਿੰਦੇ ਨੇ ਪੇਰੈਂਟਿੰਗ ਦੇ ਹੈ। ਸਭ ਤੋਂ ਪਹਿਲਾਂ ਕਿ ਬੱਚਿਆਂ ਦੀ ਹੈਲਥ ਤੇ ਸੇਫਟੀ ਦਾ ਖਿਆਲ ਰੱਖਣਾ। ਦੂਜਾ ਹੋ ਗਿਆ ਬੱਚਿਆਂ ਨੂੰ ਉਹਨਾਂ ਦੀ ਸੈਕਿੰਡ ਸਟੇਜ ਆਫ ਲਾਈਫ, ਅਡਲਟ ਲਾਈਫ ਲਈ ਪ੍ਰੀਪੇਅਰ ਕਰਨਾ। ਤਾਂ ਤੀਜਾ ਹੋ ਗਿਆ ਆਪਣੀ ਕਲਚਰਲ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਉਹਨਾਂ 'ਚ ਟਰਾਂਸਫਰ ਕਰਨਾ। ਤਾਂ ਉਹ ਕਹਿੰਦੇ ਨੇ ਕਿ ਇੱਕ ਹਾਈ ਕੁਆਲਿਟੀ ਆਫ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਹੈਲਦੀ ਡਿਵੈਲਪਮੈਂਟ ਦੇ ਲਈ। ਤਾਂ ਕਾਫੀ ਕੌਨਸੈਪਟ ਤੁਹਾਨੂੰ ਪਤਾ ਹੀ ਹੈ ਕਿ ਕੋਈ ਇੱਕ ਕਿਤਾਬ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਨਥਿੰਗ ਫਿਟਸ, ਇੱਕ ਸਾਈਜ਼ ਕਿਸੇ ਲਈ ਨਹੀਂ ਹੈ, ਤਾਂ ਉਹਨੂੰ ਟੇਲਰ ਮੇਡ ਕਰਨਾ ਪੈਂਦਾ ਹੈ ਪੇਰੈਂਟਿੰਗ ਲਈ। ਤਾਂ ਇੱਕ ਸਾਈਕੋਲੋਜਿਸਟ 1960 'ਚ ਸੀਗੇ, ਡਾਇਨਾ ਬੋਮਰਿਨ, ਉਹਨਾਂ ਨੇ ਕਾਫੀ ਪ੍ਰੀ ਸਕੂਲ ਬੱਚਿਆਂ 'ਤੇ ਰਿਸਰਚ ਕੀਤੀ, ਆਬਜ਼ਰਵੇਸ਼ਨਸ, ਪੇਰੈਂਟਲ ਇੰਟਰਵਿਊਜ਼, ਹੋਰ ਵੀ ਕਈ ਤਰ੍ਹਾਂ ਦੀ ਰਿਸਰਚ ਟੈਕਨੀਕਸ ਕੀਤੀਆਂ। ਤਾਂ ਉਹਨਾਂ ਨੇ ਜਿਹੜੀ ਡਾਇਮੈਂਸ਼ਨਸ ਕੱਢੀਆਂ ਪੇਰੈਂਟਿੰਗ ਦੀ, ਔਰ ਉਹਨਾਂ ਨੇ ਸਟਾਈਲਸ, ਪੇਰੈਂਟਿੰਗ ਸਟਾਈਲ, ਔਰ ਉਸ ਰਿਸਰਚ ਤੋਂ ਪਤਾ ਚੱਲਿਆ ਕਿ ਡਿਫਰੈਂਟ ਪੇਰੈਂਟਸ ਉਹਨਾਂ ਨੇ ਕੈਟੇਗਰਾਈਜ਼ ਕੀਤੇ ਪੇਰੈਂਟਿੰਗ ਸਟਾਈਲਸ। ਤਾਂ ਜਿਹੜਾ ਪਹਿਲਾ ਅਸੀਂ ਕਹਿੰਦੇ ਹਾਂ ਉਹਨੂੰ ਕਹਿੰਦੇ ਆ ਅਥੋਰਿਟੇਰੀਅਨ ਪੇਰੈਂਟਿੰਗ। ਤਾਂ ਉਹ ਜੇ ਸੋਚੋ ਜਿਸ ਤਰ੍ਹਾਂ ਇੱਕ ਬੂਟ ਕੈਂਪ ਹੈ, ਉੱਥੇ ਇੱਕ ਮਿਲਟਰੀ ਦਾ ਜਨਰਲ ਹੈਗਾ, ਉਹਨਾਂ ਦਾ ਇਸ਼ੂ ਹੈਗਾ ਜਿਹੜਾ ਇੱਕ ਏਜੰਡਾ ਹੈ ਓਬੀਡੀਐਂਸ, ਕਿ ਮਤਲਬ ਆਗਿਆਕਾਰੀ ਹੋਣੇ ਚਾਹੀਦੇ, ਜੋ ਮੈਂ ਕਿਹਾ ਉਹੀ ਹੋਣਾ ਚਾਹੀਦਾ, ਰਾਈਟ। ਤਾਂ ਇਸ ਪੇਰੈਂਟਿੰਗ ਸਟਾਈਲ ਜੇ ਤੁਸੀਂ ਇੱਕ ਲਾਈਨ 'ਚ ਡਿਫਾਈਨ ਕਰੋ, ਇਟਸ ਈਦਰ ਮਾਈ ਵੇ ਔਰ ਹਾਈਵੇ, ਰਾਈਟ। ਜੋ ਮੈਂ ਕਹਤਾ ਉਹੀ ਹੋਣਾ। ਇਹਦੇ ਵਿੱਚ ਮਤਲਬ ਕੋਈ ਪੁਚਕਾਰਨਾ ਬੱਚਿਆਂ ਨੂੰ, ਤਾਂ ਉਹ ਸਭ ਨਹੀਂ ਹੈਗਾ। ਇਹ ਕਹਿੰਦੇ ਨੇ ਕਿ ਕੋਈ ਵਾਰਮਥ, ਕੋਈ ਫਜ਼ੀਨੈਸ ਬੱਚਿਆਂ ਦੇ ਲਈ ਕੋਈ ਕੁਛ ਨਹੀਂ ਹੈਗੀ, ਬੱਚਿਆਂ ਦੀ ਫੀਲਿੰਗਸ ਨਹੀਂ ਕੰਸੀਡਰ ਕੀਤੀਆਂ ਜਾਂਦੀਆਂ। ਤਾਂ ਇੱਕ ਜਿਹੜਾ ਬਸ ਰੂਲ ਫੋਲੋ ਹੋਣਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਉਹ ਬੱਚੇ ਪੁੱਛਣ ਉਸ ਤਰ੍ਹਾਂ ਦੇ ਪੇਰੈਂਟਸ ਨੂੰ ਕਿ ਕਿਉਂ, ਤਾਂ ਉਹਦਾ ਜਵਾਬ ਬਿਕੋਜ਼ ਆਈ ਸੇ ਸੋ, ਕਿਉਂਕਿ ਮੈਂ ਕਿਹਾ ਹੈ। ਕਿਉਂਕਿ ਇੱਕ ਕੰਟਰੋਲ ਤਾਂ ਇੱਕ ਓਬੀਡੀਐਂਸ ਤੇ ਜ਼ਿਆਦਾ ਮਤਲਬ ਉਹਨਾਂ ਦਾ ਫੋਕਸ ਹੁੰਦਾ ਹੈ। ਤਾਂ ਜਾਂ ਔਰ ਓਬੀਡੀਐਂਸ ਨੂੰ ਬਣਾਉਣ ਲਈ ਪਨਿਸ਼ਮੈਂਟ ਕਾਫੀ ਉਹਦੇ 'ਚ ਯੂਜ਼ ਕੀਤੀ ਜਾਂਦੀ ਹੈ। ਤਾਂ ਫੀਅਰ ਤੇ ਪਨਿਸ਼ਮੈਂਟ ਯੂਜ਼ ਕੀਤਾ ਜਾਂਦਾ ਹੈ। ਫੇਅਰ ਫੋਕਸ ਨਹੀਂ ਹੈ, ਆਗਿਆਕਾਰੀ ਹੋਣੇ ਚਾਹੀਦੇ ਬਸ ਬੱਚੇ, ਕਿ ਜੋ ਮੈਂ ਕਹਿਤਾ ਉਹੀ ਹੋਣਾ ਚਾਹੀਦਾ ਹੈ। ਤਾਂ ਇਹ ਬੇਸਿਕ ਜੇ ਨਟਸ਼ੈਲ 'ਚ ਬੋਲਿਆ ਜਾਏ ਤਾਂ ਇਹ ਹੋ ਗਿਆ। ਇਹਦੇ 'ਚ ਮਤਲਬ ਫੋਕਸ ਜਿਸ ਤਰ੍ਹਾਂ ਅਸੀਂ ਕਹੀਏ ਕਿ ਬੈਠ ਕੇ ਗੱਲ ਕਰੀਏ, ਸਮਝਾਈਏ ਇੱਕ ਦੂਜੇ ਨੂੰ ਕਿ ਕਿਉਂ, ਕਿਸ ਤਰ੍ਹਾਂ, ਕਿ ਬੱਚਿਆਂ ਨੂੰ ਸਿਖਾਈ ਜਾਏ ਕਿ ਅੱਛਾ ਇਹ ਇਸ ਤਰ੍ਹਾਂ ਕਿਉਂ ਨਹੀਂ ਕਰਨਾ, ਜੇ ਇਹ ਇੱਕ ਤਰੀਕਾ ਕਾਮਯਾਬ ਨਹੀਂ ਹੈ ਤਾਂ ਦੂਜਾ ਟਰਾਈ ਕਰੋ। ਇਸ ਤਰ੍ਹਾਂ ਦੀ ਮੋਟੀਵੇਸ਼ਨ ਵਗੈਰਾ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਇਸ ਪੇਰੈਂਟਿੰਗ ਸਟਾਈਲ ਵਿੱਚ। ਤਾਂ ਯੂਜੂਅਲੀ ਕੀ ਹੁੰਦਾ ਹੈ, ਬੱਚੇ ਡਰ ਦੇ ਕਾਰਨ ਜਾਂ ਓਬੀਡੀਐਂਸ ਦੇ ਕਾਰਨ, ਸਟ੍ਰਿਕਟ ਰੂਲਸ ਦੇ ਕਾਰਨ ਮੇ ਬੀ ਘਰ 'ਤੇ ਫੋਲੋ ਕਰਨਗੇ ਰੂਲਸ, ਬਟ ਉਹਨਾਂ ਲਈ ਡਿਫਿਕਲਟ ਹੈ। ਹੋ ਸਕਦਾ ਹੈ ਕਿ ਸਕੂਲ ਜਾਂ ਆਪਣੇ ਫਰੈਂਡਸ ਦੇ ਨਾਲ ਉਹ ਉਹਨੇ ਓਬੀਡੀਐਂਟ ਨਾ ਹੋਣ, ਉਹ ਉਹਦੇ 'ਤੇ ਨਾ ਫੋਕਸ ਕਰਨ। ਡਰ ਦੇ ਮਾਹੌਲ, ਸਹਿਮ ਦੇ ਮਾਹੌਲ ਦੇ ਵਿੱਚ ਰਹਿੰਦੇ, ਕਿਉਂਕਿ ਪੇਰੈਂਟਸ ਦਾ ਕਹਿਣਾ ਇਹ ਹੈ ਕਿ ਸਾਡਾ ਹੀ ਕਹਿਣਾ ਤੁਸੀਂ ਮੰਨਣਾ ਆ, ਤੁਹਾਡੇ ਵੱਲੋਂ ਕੋਈ ਗੱਲ ਨਹੀਂ ਸੁਣੀ ਜਾਂਦੀ, ਕੋਈ ਗੱਲ ਨਹੀਂ ਸੁਣੀ ਜਾਂਦੀ। ਇਹ ਮੇਰਾ ਘਰ ਹੈ, ਮੈਂ ਵੱਡੇ ਹੈ,
ਅਸੀਂ ਤੁਹਾਡੇ ਮਾਪੇ ਆ, ਅਸੀਂ ਤੁਹਾਡੇ ਮਾਪਿਓ ਹੈ, ਤਾਂ ਇਹ ਸੁਣਨਾ ਹੀ ਚੱਲਦਾ। ਤਾਂ ਉਹ ਕੀ ਮਤਲਬ ਗੱਲ ਕਰਨਾ, ਅੱਗੇ ਬੋਲਣਾ ਇਜ਼ ਲਾਈਕ ਤੁਸੀਂ ਸਾਨੂੰ ਡਿਸਓਬੇ ਕਰ ਰਹੇ ਹੋ, ਇਨਸਲਟ ਕਰ ਦਿੱਤੀ ਗਈ ਹੈ, ਰਾਈਟ। ਔਰ ਇਹਦੇ 'ਚ ਕਿਆ ਹੈ ਕਿ ਬੱਚਿਆਂ 'ਤੇ ਇਫੈਕਟ ਕਾਫੀ ਪੈਂਦਾ ਹੈ, ਸੋਸ਼ਲ ਸਕਿੱਲਸ ਉਹਨਾਂ ਦੀਆਂ ਨਹੀਂ ਗਰੋ ਹੋ ਪਾਉਂਦੀਆਂ ਕਈ ਵਾਰੀ, ਇਸ ਕਰਕੇ ਇਨਡਿਸਾਈਸਿਵ ਹੁੰਦੇ ਨੇ ਬੱਚੇ, ਕਿਉਂਕਿ ਘਰ 'ਚ ਕੁਝ ਡਿਸੀਜਨ ਮੇਕਿੰਗ ਅਥਾਰਟੀ, ਛੋਟੀ ਚੋਇਸ ਵੀ ਨਹੀਂ ਹੈਗੀ ਕਰਨ ਦੀ, ਤਾਂ ਵੱਡੇ ਹੋ ਕੇ ਕਿਸ ਤਰ੍ਹਾਂ ਉਹ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੇ ਸਿਰਫ ਓਬੇ ਕਰਦੇ ਆ ਰਹੇ ਆ, ਉਹ ਕਿਸ ਤਰ੍ਹਾਂ ਕੋਈ ਡਿਸੀਜਨ ਲੈ ਪਾਣਗੇ ਆਪਣੇ ਲਈ। ਅੱਛਾ, ਇੱਕ ਇਹ ਪੈਰੈਂਟਿੰਗ ਸਟਾਈਲ ਹੋ ਗਿਆ ਜਿਹਨੂੰ ਤੁਸੀਂ ਕਿਹਾ ਅਥਾਰਟੇਰੀਅਨ। ਹਾਂਜੀ। ਤੇ ਅਦਰ ਪੈਰੈਂਟਿੰਗ ਸਟਾਈਲਸ ਕੀ ਹੈ, ਉਹਨਾਂ ਦੇ ਕਰੈਕਟਰਿਸਟਿਕਸ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ, ਪਰ ਹੋਰ ਪੈਰੈਂਟਿੰਗ ਸਟਾਈਲਸ ਕੀ ਨੇ? ਹੋਰ ਹੋ ਗਏ ਸਾਡਾ, ਜਿਸ ਤਰ੍ਹਾਂ ਇੱਕ ਹੈ ਅਥਾਰਟੇਟਿਵ ਪੈਰੈਂਟਿੰਗ ਸਟਾਈਲ, ਇੱਕ ਹੋ ਗਿਆ ਪਰਮਿਸਿਵ ਪੈਰੈਂਟਿੰਗ ਸਟਾਈਲ, ਤਾਂ ਇੱਕ ਹੋ ਗਿਆ ਅਨਇਨਵੋਲਵਡ ਪੈਰੈਂਟਿੰਗ ਸਟਾਈਲ। ਤਾਂ ਇਹ 4 ਮੇਨ ਗੱਲ ਕਰੀ ਜਾਂਦੀ ਹੈ। ਸੋ ਇਹਨਾਂ ਦੇ ਵੀ ਥੋੜੇ ਤੁਸੀਂ ਜੇ ਚਾਨਣਾ ਪਾਓ। ਹਾਂਜੀ ਬਿਲਕੁਲ। ਤਾਂ ਅਥਾਰਟੇਟਿਵ ਪੈਰੈਂਟਿੰਗ ਐਜ਼ ਫਾਰ ਜਿੰਨੀ ਰਿਸਰਚ ਕੀਤੀ ਗਈ ਹੈ ਉਹਦੇ 'ਚ ਕਿਹਾ ਜਾਂਦਾ ਹੈ ਕਿ ਅਥਾਰਟੇਟਿਵ ਪੈਰੈਂਟਿੰਗ ਸਭ ਤੋਂ ਇਫੈਕਟਿਵ ਰਹਿੰਦੀ ਹੈ। ਇਹਦੇ 'ਚ ਕਾਫੀ ਐਫਰਟ ਹੁੰਦਾ ਹੈ ਪੇਰੈਂਟਸ ਦੇ ਦੁਆਰਾ ਕਿ ਇੱਕ ਪੋਜ਼ਿਟਿਵ ਰਿਲੇਸ਼ਨਸ਼ਿਪ ਆਪਣੇ ਬੱਚਿਆਂ ਦੇ ਨਾਲ ਮੇਨਟੇਨ ਕਰਨ। ਉਹ ਬੇਸਿਕਲੀ ਉਹ ਕੀ ਕਰਦੇ ਨੇ, ਡਿਫਰੈਂਸ ਅਥਾਰਟੇਰੀਅਨ ਤੇ ਦੋਨੋਂ ਵਿੱਚ ਡਿਸਿਪਲਿਨ ਹੈਗਾ ਕਾਮਨ, ਲੇਕਿਨ ਇੱਕ ਵਿੱਚ ਅਥਾਰਟੇਰੀਅਨ ਵਿੱਚ ਅਸੀਂ ਫੀਅਰ ਦੇ ਜ਼ਰੀਏ, ਅਸੀਂ ਪਨਿਸ਼ਮੈਂਟ ਦੇ ਜ਼ਰੀਏ ਕੰਟਰੋਲ ਕਰਨਾ ਚਾਹ ਰਹੇ ਹਾਂ। ਤਾਂ ਉਹਦੇ ਇਲਾਵਾ ਅਥਾਰਟੇਟਿਵ ਪੈਰੈਂਟਿੰਗ ਵਿੱਚ ਵੀ ਅਸੀਂ ਡਿਸਿਪਲਿਨ ਕਰਦੇ ਹਾਂ ਬੱਚਿਆਂ ਨੂੰ, ਬਟ ਉਹਦੇ 'ਚ ਕੌਨਸੀਕੁਐਂਸਿਸ ਹੁੰਦੇ, ਉਹਦੇ 'ਚ ਬੱਚਿਆਂ ਦੀ ਫੀਲਿੰਗਸ ਨੂੰ ਤੁਸੀਂ ਕੰਸੀਡਰ ਕਰਦੇ ਹੋ, ਤਾਂ ਉਹਨਾਂ ਦੇ ਨਾਲ ਡਿਸਕਸ ਕਰਦੇ ਹੋ ਤੁਸੀਂ। ਜੇ ਇੱਕ ਤੁਸੀਂ ਰੂਲ ਬਣਾਇਆ ਘਰ ਦੇ ਵਿੱਚ, ਉਹਨਾਂ ਦੇ ਤੁਸੀਂ ਓਪੀਨੀਅਨਸ ਇਨਵਾਈਟ ਕਰਦੇ ਹੋ, ਉਹਨਾਂ ਨੂੰ ਐਕਸਪਲੇਨ ਕਰਦੇ ਹੋ ਕਿ ਇਹ ਕਿਉਂ ਹੈ। ਜੇ ਅਸੀਂ ਇਹ ਰੂਲ ਸੈੱਟ ਕੀਤਾ, ਜੇ ਅਸੀਂ ਘਰ ਰੂਲ ਸੈੱਟ ਕੀਤਾ, ਫੋਰ ਐਗਜ਼ਾਮਪਲ ਟੀਨੇਜਰਸ ਲਈ ਤੁਸੀਂ ਰੂਲ ਸੈੱਟ ਕੀਤਾ ਕਿ 10 ਵਜੇ ਘਰ ਵਾਪਿਸ ਆਉਣਾ, ਉਹਨਾਂ ਨੂੰ ਐਕਸਪਲੇਨ ਕਰੋ। ਇਹ ਨਹੀਂ ਕਿ 10 ਵਜੇ ਆ ਜਾਣਾ ਬਿਕੋਜ਼ ਆਈ ਸੇ ਸੋ, ਬਟ 10 ਵਜੇ ਘਰ ਆਉਣਾ ਬਿਕੋਜ਼ ਕਿਉਂ ਤੁਸੀਂ ਇਹ ਫੀਲ ਕਰਦੇ ਹੋ, ਕਿਉਂ ਇਹ ਰੂਲ ਇੰਪੋਰਟੈਂਟ ਹੈ, ਕਿ ਬਾਹਰ ਅਨਸੇਫ ਹੈਗਾ, ਰਾਤੀ ਦੀ ਡਰਾਈਵਿੰਗ ਡਿਫਿਕਲਟ ਹੈ, ਅੰਧੇਰਾ, ਮਤਲਬ ਵਾਟ ਐਵਰ। ਕਿਉਂਕਿ ਜਦ ਅਸੀਂ ਇੱਕ ਰੀਜ਼ਨ ਐਕਸਪਲੇਨ ਕਰਦੇ ਹਾਂ, ਬੱਚੇ ਰਿਸਪੌਂਸਿਬਿਲਿਟੀ ਫੀਲ ਕਰਦੇ ਨੇ, ਤਾਂ ਉਹ ਇੱਕ ਟਰਸਟ ਤੁਹਾਡੇ ਰਿਲੇਸ਼ਨਸ਼ਿਪ 'ਚ ਆਉਂਦਾ ਹੈ ਕਿ ਹਾਂ ਮੇਰੇ ਪੇਰੈਂਟਸ ਕੁਝ ਕਹਿ ਰਹੇ ਹੈ ਤਾਂ ਕਿਉਂ ਕਹਿ ਰਹੇ, ਉਹਦੇ ਪਿੱਛੇ ਇਹ ਉਹਨਾਂ ਦੀ ਰੀਜ਼ਨਿੰਗ ਹੈ, ਇਟਸ ਨਾਟ ਜਸਟ ਬਿਕੋਜ਼ ਦੇ ਸੇ ਸੋ। ਤਾਂ ਇਹ ਬੇਸਿਕਲੀ ਮਤਲਬ ਫਰਕ ਹੈ ਬੱਚਿਆਂ ਦੇ ਨਾਲ। ਜਿਸ ਤਰ੍ਹਾਂ ਸਿਰਫ ਇੱਕ ਪਨਿਸ਼ਮੈਂਟ ਨਹੀਂ ਕਿ ਤੁਸੀਂ ਇਹ ਫੇਲੀਅਰ ਹੋ ਗਈ ਤਾਂ ਪਨਿਸ਼ ਕਰੋ, ਨਹੀਂ, ਉਹਨਾਂ ਦੇ ਨਾਲ ਇੱਕ ਬੈਠ ਕੇ ਗੱਲਬਾਤ ਕਰੀ ਜਾਂਦੀ ਹੈ ਕਿ ਕਿਉਂ ਫੇਲੀਅਰ ਹੋਇਆ ਤੁਹਾਡਾ ਇਸ ਕੰਡੀਸ਼ਨ 'ਚ, ਤਾਂ ਇਹ ਸਿਚੁਏਸ਼ਨਸ ਤੁਸੀਂ ਹੋਰ ਕੀ ਸੋਲਿਊਸ਼ਨਸ ਲਿਆ ਸਕਦੇ ਹੋ ਵਿੱਚ, ਤਾਂ ਕਿ ਉਹਨਾਂ ਦੀ ਪ੍ਰੋਬਲਮ ਸੋਲਵਿੰਗ ਕੈਪੈਸਿਟੀ ਵਧੇ, ਉਹ ਛੋਟੇ ਚੋਇਸਿਸ ਡਿਸੀਜਨਸ ਆਪਣੇ ਆਪ ਲੈ ਸਕਣ, ਉਹਨਾਂ ਵਿੱਚ ਕੌਨਫੀਡੈਂਸ ਆਏ। ਤਾਂ ਇਹ ਮੇਨ ਡਿਫਰੈਂਸ ਹੈ ਅਥਾਰਟੇਰੀਅਨ ਤੇ ਅਥਾਰਟੇਟਿਵ ਦੇ ਵਿੱਚ। ਓਕੇ। ਤੇ ਜਦੋਂ ਅਸੀਂ ਬੱਚਿਆਂ ਦੀ, ਉਹ ਕਿਹੜੇ ਵੀ ਏਜ ਗਰੁੱਪ ਦੇ ਹੋਣ, ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਤਰੀਕੇ ਦੀਆਂ ਮੈਂਟਲ ਹੈਲਥ ਇਸ਼ੂਜ਼ ਜਾਣਨ ਨੂੰ ਮਿਲਦੀਆਂ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਐਜ਼ ਪੇਰੈਂਟ ਉਹਦੇ ਵੱਲ ਧਿਆਨ ਨਹੀਂ ਦਿੰਦੇ, ਅਸੀਂ ਸੋਚਦੇ ਹਾਂ ਕਿ ਕੋਈ ਨਹੀਂ, ਉਹੀ ਉਦਾਸ ਹੋਏ ਹੋਣੇ ਆ, ਓਕੇ ਇਹਦੇ ਫਰੈਂਡ ਨੇ ਕੁਝ ਕਹਿ ਦਿੱਤਾ ਹੋਣਾ ਆ, ਜਾਂ ਜੇ ਵੱਧ ਤੋਂ ਵੱਧ ਅਸੀਂ ਕਰਦੇ ਹਾਂ ਅੱਛਾ ਬੁਲਿੰਗ ਤਾਂ ਨਹੀਂ ਹੋ ਰਹੀ, ਉਸ ਗੱਲ ਵਾਲੇ ਪਾਸਿਓਂ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਬੱਚਿਆਂ ਦੀ ਕੋਈ ਵਰੀ, ਟੈਨਸ਼ਨ, ਸਟਰੈਸ, ਐਂਗਜ਼ਾਇਟੀ ਜਿਹੜੀ ਹੈ ਉਹਦੇ ਪਿੱਛੇ ਰੂਟ ਕਾਜ਼ ਕੀ ਹੈ, ਕਿ ਸੱਚੀ ਇਹਨਾਂ ਨੂੰ ਕਾਉਂਸਲਿੰਗ ਦੀ ਲੋੜ ਮਹਿਸੂਸ ਹੋ ਰਹੀ ਹੈ ਤੇ ਲੈ ਕੇ ਜਾਣਾ ਚਾਹੀਦਾ। ਇਹ ਵੀ ਦੱਸਦੇ ਹਾਂ ਕਿ ਮੈਂਟਲ ਹੈਲਥ ਅਵੇਅਰਨੈਸ ਮੰਥ ਦੇ ਤੌਰ 'ਤੇ ਇੱਕ ਸਟੱਡੀ ਕੀਤੀ ਗਈ ਯੂਥ ਮੈਂਟਲ ਹੈਲਥ ਦੇ ਵਾਸਤੇ, ਜਿਹਦੇ 'ਚ ਪਾਇਆ ਗਿਆ ਕਿ ਗਰੋਇੰਗ ਕੰਸਰਨਸ ਨੇ ਖਾਸ ਤੌਰ 'ਤੇ ਯੂਥ ਦੀ ਮੈਂਟਲ ਹੈਲਥ ਦੇ ਵਿੱਚ, ਔਰ 86% ਸਕੂਲ ਏਜਡ ਕਿਡਸ ਨੇ ਕਿਹਾ ਕਿ ਉਹ ਵਰੀ ਬਹੁਤ ਜ਼ਿਆਦਾ ਕਰਦੇ ਨੇ। ਇਸ ਤੋਂ ਇਲਾਵਾ ਜੇਕਰ ਕੈਨੇਡਾ ਦੀ ਗੱਲ ਕੀਤੀ ਜਾਏ, ਸਿੰਸ ਦ ਸਟਾਰਟ ਆਫ ਪੈਂਡੈਮਿਕ, ਉਹ ਕਹਿੰਦੇ ਕਿ 15 ਮਿਲੀਅਨ ਟਾਈਮਸ ਟਿਲ ਡੇਟ ਜ਼ਿਆਦਾ ਬੱਚਿਆਂ ਨੂੰ ਕੇਟਰ ਕੀਤਾ ਜਿਹੜੇ ਕਿ ਮੈਂਟਲ ਹੈਲਥ ਦੇ ਨਾਲ ਸਟਰਗਲ ਕਰ ਰਹੇ ਸੀ। ਸੋ ਗਾਇਤਰੀ ਜੀ, ਵਟ ਸ਼ੁੱਡ ਵੀ ਅੰਡਰਸਟੈਂਡ ਫਰਮ ਆਲ ਥੀਸ ਨੰਬਰਸ? ਇਹ ਰਿਐਲਿਟੀ ਹੀ ਹੈ, ਕਿਉਂਕਿ ਅਸੀਂ ਵੀ ਆਪਣੇ ਕਲੀਨਿਕਸ 'ਚ ਦੇਖ ਰਹੇ ਹਾਂ ਕਿ ਬੱਚੇ ਸਪੈਸ਼ਲੀ ਹਾਈ ਸਕੂਲ ਤੇ ਏਜਡ ਗਰੁੱਪ ਦੇ ਬੱਚੇ ਕਾਫੀ ਸਟਰਗਲ ਕਰ ਰਹੇ ਨੇ ਐਂਗਜ਼ਾਇਟੀ, ਡਿਪਰੈਸ਼ਨ, ਇਸ ਇਸ਼ੂਜ਼ ਦੇ ਨਾਲ। ਔਰ ਕਿਤੇ ਨਾ ਕਿਤੇ ਪੜ੍ਹਾਈ ਦਾ ਪ੍ਰੈਸ਼ਰ ਹੈ, ਸੋਸ਼ਲ ਮੀਡੀਆ 'ਚ ਜਦ ਜੋ ਕੁਛ ਅਸੀਂ ਦੇਖਦੇ ਹਾਂ ਸਾਨੂੰ ਉਹੀ ਲੱਗਦਾ ਇਹ ਰਿਐਲਿਟੀ ਹੈ ਤੇ ਅਸੀਂ ਕਿਤੇ ਪਿੱਛੇ ਰਹਿ ਗਏ ਉੱਥੇ, ਕਿਉਂਕਿ ਸਭ ਕੁਝ ਚੰਗਾ ਹੀ ਚੰਗਾ ਦੇਖਣ ਨੂੰ ਮਿਲਦਾ ਹੈ। ਉਹ ਕੰਪੈਰੀਜ਼ਨ ਜਦ ਹੁੰਦਾ ਹੈ, ਸਕੂਲ 'ਚ ਪ੍ਰੈਸ਼ਰ ਹੈ, ਜਿਸ ਤਰ੍ਹਾਂ ਬੜਾ ਰਿਲੇਟਡ ਇਸ਼ੂ ਹੈ ਕਿ ਟੀਚਰਸ ਤੇ ਸਟੂਡੈਂਟਸ ਦੀ ਰੇਸ਼ੀਓ ਕੀ ਹੈ, ਕਿੰਨਾ ਧਿਆਨ ਉੱਥੇ ਦਿੱਤਾ ਜਾ ਰਿਹਾ। ਤਾਂ ਇਹ ਸਾਰੇ ਕੰਸਰਨਸ, ਪੇਰੈਂਟਸ ਬਿਜ਼ੀ ਹੈ, ਟਾਈਮ ਨਹੀਂ ਦੇ ਪਾ ਰਹੇ ਹੈ, ਤਾਂ ਇਹ ਸਾਰੇ ਕੰਸਰਨਸ ਕਾਫੀ ਅਸੀਂ
ਡੇ ਟੂ ਡੇ ਕਲੀਨਿਕਸ ਵਿੱਚ ਆਪਣੇ ਦੇਖ ਰਹੇ ਹਾਂ ਕਿ ਹੋ ਰਹੇ ਨੇ ਨੰਬਰ ਜੀ ਵਧਾ। ਪੇਰੈਂਟਸ ਸਟਰਗਲ ਕਰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਕਿਵੇਂ ਉਹਨਾਂ ਨੂੰ ਸਮਝਾਈਏ। ਪੈਰੈਂਟਿੰਗ ਦਾ ਸਟਾਈਲ ਤੁਸੀਂ ਦੱਸਿਆ ਸਾਨੂੰ, ਬੱਚੇ ਜਿਹੜੇ ਆ ਉਹ ਫੋਨ ਦੇ ਉੱਤੇ ਵਿਹਲੇ ਟਾਈਮ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਆਪਣੇ ਫੋਨ ਜਾਂ ਟੈਬਲੇਟ ਦੇ ਉੱਤੇ ਨੇ। ਕਿੱਦਾਂ ਦਾ ਕੰਟੈਂਟ ਵੇਖ ਰਿਹਾ, ਉਹਦੇ 'ਚ ਨਿਊਡਿਟੀ ਵੀ ਹੈ, ਉਹਦੇ 'ਚ ਗਾਲਾਂ ਵੀ ਹੋ ਸਕਦੀਆਂ, ਉਹਦੇ 'ਚ ਬਹੁਤ ਤਰੀਕੇ ਦਾ ਕੰਟੈਂਟ ਜਿਹੜਾ ਹੈ ਮਾੜਾ ਵੀ ਹੋ ਸਕਦਾ ਬੱਚੇ ਦੀ ਮਾਨਸਿਕ ਸਿਹਤ ਵਾਸਤੇ। ਉਹ ਕਹਿੰਦੇ ਕਿ ਅਸੀਂ ਕਿੰਨਾ ਕੁ ਮੋਨੀਟਰ ਕਰੀ ਜਾਈਏ, ਜਾਂ ਪੇਰੈਂਟਸ ਫਿਕਰ ਕਰਦੇ ਆ ਕਿ ਬੱਚੇ ਨੂੰ ਨਾ ਫੜਾਈਏ ਤਾਂ ਵੀ ਪ੍ਰੋਬਲਮ, ਜੇ ਦਈਏ ਇਹਨਾਂ ਦੇ ਫੋਨਸ ਤਾਂ ਵੀ ਪ੍ਰੋਬਲਮ। ਤਾਂ ਉਹੀ ਗੱਲ ਹੈ ਕਿ ਇੱਥੇ ਇੰਗੇਜਮੈਂਟ ਕਿਸ ਤਰ੍ਹਾਂ ਆਪਣੇ ਬੱਚਿਆਂ ਦੇ ਨਾਲ ਅਸੀਂ ਲੈ ਕਰ ਆਉਣੀ ਹੈ। ਇੱਕ ਇਹ ਸਟਾਈਲ ਹੋ ਸਕਦਾ ਇਹਦੇ 'ਚ ਅਸੀਂ ਕੀ ਕਹਿ ਦਈਏ, ਨਹੀਂ ਕੋਈ ਜ਼ਰੂਰਤ ਨਹੀਂ ਹੈ ਫੋਨ ਚੁੱਕਣ ਦੀ। ਉਹ ਬੱਚੇ ਫਿਰ ਦੂਜਿਆਂ ਨਾਲ ਕੰਪੇਅਰ ਕਰਦੇ ਆ, ਉਹ ਕਹਿੰਦੇ ਉਹਦੇ ਮੰਮੀ ਡੈਡੀ ਨੂੰ ਦੇਖੋ, ਉਹ ਤਾਂ ਕੁਛ ਨਹੀਂ ਕਹਿੰਦੇ ਬਾਹਰ ਰਹਿਣ ਲਈ, ਉਹ ਤਾਂ ਕੁਛ ਨਹੀਂ ਕਹਿੰਦੇ, ਇਹਦੇ 'ਚ ਤੇ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ। ਤਾਂ ਇਫੈਕਟਿਵ ਸਟ੍ਰੈਟਜੀ ਅਸੀਂ ਇਹੀ ਕਹਿੰਦੇ ਹਾਂ ਕਿ ਜੇ ਤੁਸੀਂ ਲਿਮਿਟ ਵੀ ਸੈੱਟ ਕਰਨੀ ਹੈ, ਰੂਲ ਸੈੱਟ ਕਰਨੇ ਐਜ਼ ਅ ਅਥੋਰਿਟੇਟਿਵ ਪੇਰੈਂਟ, ਤਾਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਤੋਂ ਓਪੀਨੀਅਨ ਲਿਆ ਜਾਏ ਕਿ ਮੇਬੀ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਦੇਰ ਲਈ ਤੁਹਾਨੂੰ ਸੋਸ਼ਲ ਮੀਡੀਆ ਜਾਂ ਸੈੱਲਫੋਨ ਦਾ ਯੂਜ਼ ਚਾਹੀਦਾ ਹੈ। ਇੱਕ ਉਹਨਾਂ ਦਾ ਨੰਬਰ ਲਓ, ਇੱਕ ਆਪਣਾ ਨੰਬਰ ਰੱਖੋ, ਇੱਕ ਨੈਗੋਸੀਏਸ਼ਨ ਕਰੋ। ਅੱਛਾ ਉਹ ਕਹਿਣ 6 ਘੰਟੇ 7 ਨੋ ਨਾਟ ਪੋਸੀਬਲ, ਉਹ ਤਾਂ ਪਤਾ ਹੀ ਹੈ। ਤਾਂ ਡਿਸਕਸ ਕਰਨਾ ਹੈ ਕਿ ਕਿੰਨਾ ਟਾਈਮ ਲੱਗਦਾ ਹੈ, ਕਿਹੜੀ ਵੈਬਸਾਈਟ ਜ਼ਰੂਰੀ ਹੈ ਤੁਹਾਡੇ ਲਈ, ਕਿਹੜੀ ਜ਼ਰੂਰੀ ਨਹੀਂ ਹੈ, ਔਰ ਕਿਉਂ ਐਕਸਪਲੇਨ ਕਰਨਾ ਕਿ ਇਹਦਾ ਕੀ ਇਫੈਕਟ ਹੈ। ਉਹਨਾਂ ਨੂੰ ਰਿਸਰਚ, ਉਹਨਾਂ ਨੂੰ ਫੈਕਟਸ ਦੱਸਣਾ ਇੱਕ ਕੰਸੀਡਰੇਬਲ, ਕਿਉਂਕਿ ਅਸੀਂ ਇਹ ਕਹੀਏ ਕਿ ਬਿਲਕੁਲ ਫੋਨ ਨਾ ਯੂਜ਼ ਕਰਨ, ਉਹ ਪੋਸੀਬਲ ਨਹੀਂ। ਉਹਨਾਂ ਨੂੰ ਪੜ੍ਹਾਈ ਲਈ ਵੀ ਚਾਹੀਦਾ ਹੈ, ਰਿਸਰਚ ਲਈ ਵੀ ਚਾਹੀਦਾ ਹੈ, ਫਰੈਂਡਸ ਲਈ ਕਨੈਕਸ਼ਨ ਲਈ ਵੀ ਚਾਹੀਦਾ ਹੈ। ਪਹਿਲਾਂ ਦਾ ਤਰ੍ਹਾਂ ਦੇ ਨਾਲ ਅਸੀਂ ਕੰਪੇਅਰ ਨਹੀਂ ਕਰ ਸਕਦੇ। ਤਾਂ ਇੱਕ ਹੈਲਦੀ ਡਿਸਕਸ਼ਨ ਹੋ ਕੇ ਦੋਨੋਂ ਤਰਫ ਤੋਂ, ਅੱਛਾ ਇਹ ਕੰਪਰੋਮਾਈਜ਼ ਪੇਰੈਂਟਸ ਦੇ ਵੱਲੋਂ ਆਇਆ, ਇਹ ਕੰਪਰੋਮਾਈਜ਼ ਬੱਚੇ ਦੇ ਵੱਲੋਂ ਆਇਆ, ਇੱਕ ਮਿਡਲ ਪਾਥ ਉੱਥੇ ਨਿਕਾਲਣਾ। ਤਾਂ ਫਿਰ ਜੇ ਉਹ ਉਹਦੇ ਬਿਯੋਂਡ ਜਾਂਦੇ ਹੈ ਰੂਲ, ਉਹਨਾਂ ਦੇ ਨਾਲ ਡਿਸਕਸ ਕੀਤਾ ਰੂਲ, ਉਹਨਾਂ ਦੀ ਵੀ ਪਾਰਟਿਸਿਪੇਸ਼ਨ ਹੈ। ਤਾਂ ਜਦ ਅਸੀਂ ਦੂਸਰੀ ਪਾਰਟੀ ਨੇ ਉਹਨੂੰ ਯੈਸ ਕੀਤਾ ਕਿ ਹਾਂ ਮੈਂ ਐਗਰੀ ਕਰਦੀ ਹਾਂ 2 ਘੰਟੇ ਇਜ਼ ਮੈਕਸਿਮਮ, ਤਾਂ ਉਹਨਾਂ ਦਾ ਉਹਦੇ ਨਾਲ ਅਬਾਈਡ ਕਰਨਾ ਵੀ ਉਹ ਕਰਨਗੇ, ਉਸ ਦੇ ਨਾਲ ਅਬਾਈਡ, ਕਿਉਂਕਿ ਉਹਨਾਂ ਨੂੰ ਪੁੱਛਿਆ ਗਿਆ ਹੈ, ਉਹਨਾਂ ਨੂੰ ਡਿਸੀਜਨ ਮੇਕਿੰਗ 'ਚ ਅਸੀਂ ਇਨਵੋਲਵ ਕੀਤਾ ਹੈ। ਤਾਂ ਇਹ ਬਹੁਤ ਜ਼ਰੂਰੀ ਹੈ ਉਹਨਾਂ ਦੇ ਨਾਲ ਡਿਸਕਸ ਕਰਨਾ, ਤਾਂ ਡਿਸਾਈਡ ਕਰਨਾ। ਔਰ ਦੂਜਾ, ਜੇ ਉਹ ਨਹੀਂ ਉਹਨੂੰ ਕਰ ਪਾਉਂਦੇ, ਜੇ ਉਹ 2 ਤੋਂ 2.5 ਘੰਟੇ ਹੋ ਗਏ, 3 ਘੰਟੇ ਹੋ ਗਏ, ਤਾਂ ਕੌਨਸੀਕੁਐਂਸਿਸ ਕੀ ਦੇਣੇ ਹੈ ਉਹ ਪਹਿਲਾਂ ਤੋਂ ਡਿਸਾਈਡ ਕਰਕੇ ਰੱਖੋ। ਮੇਬੀ ਕਿ ਇਹ ਕੌਨਸੀਕੁਐਂਸ ਹੈ ਜੇ ਤੁਸੀਂ ਐਵਰੀਡੇ 2 ਤੋਂ ਜ਼ਿਆਦਾ ਘੰਟੇ ਫੋਨ ਤੇ ਰਹੇ, ਤਾਂ ਮੇਬੀ ਵੀਕਐਂਡ ਤੇ you have to give away your time because you have already made up for that time. ਤਾਂ ਇਸ ਤਰ੍ਹਾਂ ਦਾ ਕੌਨਸੀਕੁਐਂਸ ਪਹਿਲਾਂ ਤੋਂ, ਇਹ ਨਹੀਂ ਕਿ ਅੱਜ ਮੇਰਾ ਮਨ ਆਇਆ ਤਾਂ ਹੁਣ ਪੂਰੇ ਵੀਕਐਂਡ ਤੁਹਾਨੂੰ ਗੁੱਸਾ ਆ ਗਿਆ ਮੈਨੂੰ, ਤਾਂ ਪੂਰਾ ਵੀਕਐਂਡ ਹੁਣ ਫੋਨ ਨਹੀਂ ਮਿਲੇਗਾ। ਤਾਂ ਉਹਦਾ ਕੌਨਸੀਕੁਐਂਸ ਕੀ ਹੋਊਗਾ 2 ਘੰਟੇ ਤੋਂ ਜ਼ਿਆਦਾ ਉੱਪਰ ਜਾਣ ਤੇ, ਉਹ ਪਹਿਲਾਂ ਹੀ ਡਿਸਾਈਡ ਕਰੋ, ਤਾਂ ਉਹਨੂੰ ਫੋਲੋ ਥਰੂ ਕਰੋ। ਜੀ ਅੱਛਾ, ਤੁਸੀਂ ਸਾਈਕੋਲੋਜੀ ਦੇ ਨਾਲ ਬਹੁਤ ਅੱਛੇ ਤਰੀਕੇ ਨਾਲ ਆਪਣਾ ਐਕਸਪੀਰੀਅੰਸ ਜਿਹੜਾ ਉਹ ਸਾਂਝਾ ਸਾਡੇ ਨਾਲ ਕਰ ਰਹੇ ਹੋ। ਤੁਸੀਂ ਕੁਝ 2 ਹੋਰ ਪੈਰੈਂਟਿੰਗ ਸਟਾਈਲਸ ਦੇ ਬਾਰੇ ਜ਼ਿਕਰ ਕੀਤਾ ਸੀਗਾ। ਇੱਕ ਹੋਰ ਸੀਗਾ ਪਰਮਿਸਿਵ ਤੇ ਦੂਸਰਾ ਸੀਗਾ ਜਿਸ 'ਚ ਬਿਲਕੁਲ ਇਨਵੋਲਵਮੈਂਟ ਨਹੀਂ ਹੈਗੀ। ਪਰਮਿਸਿਵ ਹੋ ਗਿਆ ਕਿ ਲੀਨੀਐਂਟ ਹੋ ਗਏ, ਕਿ ਰੂਲ ਤਾਂ ਬਣਾ ਲਿੱਤੇ ਪਰ ਐਨਫੋਰਸ ਨਹੀਂ ਕੀਤਾ। ਅੱਜ ਮੈਂ ਬਹੁਤ ਥੱਕੀ ਹੋਈ ਹਾਂ, ਚਲੋ ਇਹਨੂੰ ਫੋਨ ਤੇ ਰਹਿਣ ਦੋ, ਰਹਿ ਰਹੇ ਹੈਗੇ ਤਾਂ, ਹੈ ਨਾ। ਤਾਂ ਉਹ ਹੈਗਾ ਕਿ ਕੀਤਾ ਡਿਸਾਈਡ ਪਰ ਫੋਲੋ ਨਹੀਂ ਕੀਤਾ। ਤਾਂ ਪਰਮਿਸਿਵ ਪੈਰੈਂਟਿੰਗ ਵਿੱਚ ਯੂਜੂਅਲੀ ਪੇਰੈਂਟਸ ਐਜ਼ ਪੇਰੈਂਟਸ ਨਹੀਂ ਰਹਿੰਦੇ, ਉਹ ਐਜ਼ ਫਰੈਂਡਸ ਹੋ ਜਾਂਦੇ ਹੈ। ਅੱਛਾ, ਹੈ ਨਾ, ਕਿ ਉਹ ਕਹਿੰਦੇ ਕਿ ਚਲੋ ਮੇਬੀ ਮੇਰੀ ਇਨਪੁਟ ਤੋਂ ਬਿਨਾਂ ਹੀ ਇਹ ਜ਼ਿਆਦਾ ਅੱਛਾ ਕਰਨਗੇ, ਮੈਂ ਕਿਉਂ ਦਖਲਅੰਦਾਜ਼ੀ ਕਰਨੀ ਇਹਨਾਂ ਦੇ ਕੰਮ ਵਿੱਚ। ਤਾਂ ਉਹ ਫਿਰ ਇੰਨੀ ਇਫੈਕਟਿਵ ਪੈਰੈਂਟਿੰਗ ਨਹੀਂ ਹੋ ਪਾਉਂਦੀ, ਕਿਉਂਕਿ ਉਹ ਬਹੁਤ ਲੀਨੀਐਂਟ ਹੋ ਜਾਂਦੇ ਹੈ। ਜਿਸ ਤਰ੍ਹਾਂ ਹੁਣ ਤੁਸੀਂ ਕੌਨਸੀਕੁਐਂਸ ਦੇਣਾ ਹੈ ਕਿ ਵੀਕਐਂਡ ਤੇ ਹੁਣ 2 ਘੰਟੇ ਦਾ ਫੋਨ ਗਿਆ, ਪਰ ਤੁਹਾਡਾ ਮੂਡ ਨਹੀਂ ਹੈ, ਚਲੋ ਅੱਜ ਤੁਸੀਂ ਖੁਸ਼ ਹੋ, ਤਾਂ ਤੁਸੀਂ ਕਿਹਾ ਚਲੋ ਛੱਡੋ ਪਰੇ, ਕੀ ਕੌਨਸੀਕੁਐਂਸ ਦੇਣਾ। ਬੱਚੇ ਨੇ 2 ਵਾਰੀ ਕਿਹਾ ਮੰਮਾ ਪਲੀਜ਼ ਮੈਨੂੰ ਕਰਨ ਦਿਓ, ਡੈਡੀ ਪਲੀਜ਼ ਮੈਨੂੰ ਲੈ, ਤੁਸੀਂ ਉਹਨਾਂ ਨੂੰ ਲੈ ਦਿੱਤਾ, ਰਾਈਟ। ਤਾਂ ਇਹ ਪਰਮਿਸਿਵ ਹੋ ਗਿਆ ਕਿ ਆਪਣੇ ਮੂਡ ਦੇ ਹਿਸਾਬ ਨਾਲ, ਸਿਚੁਏਸ਼ਨ ਦੇ ਹਿਸਾਬ ਨਾਲ, ਐਨਵਾਇਰਨਮੈਂਟ ਦੇ ਹਿਸਾਬ ਨਾਲ ਤੁਸੀਂ ਉਹਨੂੰ ਚੇਂਜ ਕਰ ਲਓ। ਤਾਂ ਉਹ ਮੋਰ ਆਫ ਅ ਫਰੈਂਡ ਦੀ ਤਰ੍ਹਾਂ ਤੁਸੀਂ ਯੂਜ਼ ਕਰਦੇ ਹੋ। ਉਹਦੇ 'ਚ ਤੁਸੀਂ ਕੋਈ ਕੰਸਿਸਟੈਂਸੀ ਨਹੀਂ ਹੈਗੀ ਤੁਹਾਡੀ ਪੈਰੈਂਟਿੰਗ ਵਿੱਚ। ਤਾਂ ਬੱਚੇ ਫਿਰ ਉਹ ਸਮਝ ਨਹੀਂ ਪਾਉਂਦੇ ਕਿ ਅੱਜ ਕੀ ਹੋਇਆ, ਮੈਂ ਇਸ ਤਰ੍ਹਾਂ ਕੀਤਾ ਕਿ ਇਹ ਖੁਸ਼ ਹੈਗੇ ਤਾਂ ਇਹਨਾਂ ਨੇ ਅਲਾਉ ਕਰਤਾ। ਕੱਲ ਮੈਂ ਵੀ ਇਹੀ ਪੁੱਛਿਆ ਸੀ ਕਿ ਮੈਂ ਐਕਸਟਰਾ ਫੋਨ ਤੇ ਚਲੇ ਜਾਵਾਂ, ਉਹਨਾਂ ਨੇ ਮਨਾ ਕਰਤਾ ਕੱਲ। ਤਾਂ ਬੱਚੇ ਨਹੀਂ ਮੇਕਅਪ ਕਰ ਪਾਉਂਦੇ ਕਿ ਕੌਜ਼ ਔਰ ਇਫੈਕਟ ਉਹ ਨਹੀਂ ਰਿਲੇਟ ਕਰ ਪਾਉਂਦੇ ਕਿ ਇੱਥੇ ਮੈਂ ਕੀ ਕੀਤਾ ਸੀ, ਇਸ ਤਰ੍ਹਾਂ ਦਾ ਬਿਹੇਵੀਅਰ ਜਿਹੜਾ ਮੈਨੂੰ ਅਲਾਉ ਹੋਇਆ ਤੇ ਨਹੀਂ ਹੋਇਆ। ਤਾਂ ਇਹ ਉਹਦੇ 'ਚ ਇੱਕ ਕਮੀ ਰਹਿ ਜਾਂਦੀ ਹੈ ਪਰਮਿਸਿਵ ਪੈਰੈਂਟਿੰਗ ਵਿੱਚ। ਓਕੇ, ਐਂਡ ਦੇयर ਆਰ ਪੇਰੈਂਟਸ ਜਿਹੜੇ ਕਿ ਤੁਸੀਂ ਦੇਖਦੇ ਹੋ ਆਪਣੀ ਪ੍ਰੈਕਟਿਸ ਦੇ ਵਿੱਚ ਕਿ ਉਹ ਟੋਟਲੀ ਅਨਇਨਵੋਲਵਡ ਵੀ ਹੁੰਦੇ ਆ। ਅਨਇਨਵੋਲਵਡ ਹੁੰਦੇ ਹੈ, ਪਰ ਮਤਲਬ ਇਹ ਨਹੀਂ ਅਸੀਂ ਕਹਿ ਸਕਦੇ ਕਿ ਅਨਇਨਵੋਲਵਡ ਜ਼ਰੂਰੀ ਕਰਕੇ ਕਿ ਆਈ ਡੋਂਟ ਕੇਅਰ ਫॉर ਮਾਈ ਕਿਡਸ। ਕਈ ਵਾਰੀ ਹੁੰਦਾ ਹੈ
ਸੋਸ਼ਲ ਇਕਨੋਮਿਕ ਸਟੇਟਸ ਉਹਨਾਂ ਦੀ ਇੰਨੀ ਅੱਛੀ ਨਹੀਂ ਹੈ, ਉਹ ਬਿਜ਼ੀ ਹੈ 2-3 ਜੌਬਸ ਕਰਨ ਦੇ ਵਿੱਚ, ਜਾਂ ਫਿਰ ਕਈ ਵਾਰੀ ਸਬਸਟੈਂਸ ਅਬਿਊਜ਼ ਹੈਗਾ ਪੇਰੈਂਟਸ ਦੇ ਵਿੱਚ, ਖੁਦ ਕਈ ਵਾਰੀ ਆਪਣੇ ਉਹਨਾਂ ਦੇ ਮੈਂਟਲ ਹੈਲਥ ਇਸ਼ੂਜ਼ ਹੈਗੇ, ਤਾਂ ਉਹ ਅਨਇਨਵੋਲਵਡ ਪੇਰੈਂਟਿੰਗ ਜਿਹੜੀ ਅਸੀਂ ਕਹਿੰਦੇ ਹਾਂ ਕਿ ਬੱਚੇ ਆਪਣੇ ਆਪ ਹੀ ਬੜੇ ਹੋ ਗਏ, ਜਿਸ ਤਰ੍ਹਾਂ ਕਿ ਤਾਂ ਉਹ ਵੀ ਮਤਲਬ ਜਾਣ ਬੁੱਝ ਕੇ ਨਹੀਂ ਹੈ, ਸਿਚੁਏਸ਼ਨਸ ਦੇ ਕਾਰਨ ਹੁੰਦਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਬੱਚਾ ਕਿੱਥੇ ਹੈ, ਕਦੋਂ ਆਏਗਾ, ਕਿਉਂਕਿ ਉਹ ਆਪਣੇ ਇਸ਼ੂਜ਼ ਦੇ ਵਿੱਚ ਹੀ ਇੰਨੇ, ਮੇ ਬੀ ਕੋਈ ਹੋਰ ਫੈਮਿਲੀ ਇਸ਼ੂਜ਼ ਹੈਗੇ, ਹਸਬੈਂਡ ਵਾਈਫ ਦੇ ਕੁਝ ਕੰਸਰਨ ਹੈ, ਕੁਝ ਕੌਨਫਲਿਕਟ ਹੈ, ਜਿਹਦੇ ਕਰਕੇ ਉਹ ਨਹੀਂ ਅਟੈਂਸ਼ਨ ਪੇ ਕਰਦੇ। ਤਾਂ ਇਟਸ ਨਾਟ ਕਿ ਡੈਲੀਬਰੇਟਲੀ ਕਰ ਰਹੇ ਹੈਗੇ ਉਹ, ਬਟ ਇਸ ਤਰ੍ਹਾਂ ਦੀ ਪੈਰੈਂਟਿੰਗ ਮੇ ਵੀ ਕਈ ਵਾਰੀ ਬੱਚੇ ਵੀ ਹਾਈ ਰਿਸਕ ਤੇ ਹੁੰਦੇ ਹੈ ਸਬਸਟੈਂਸ ਅਬਿਊਜ਼, ਡਿਪਰੈਸ਼ਨ, ਮੈਂਟਲ ਹੈਲਥ ਇਸ਼ੂਜ਼ ਦੇ ਲਈ, ਕਿਉਂਕਿ ਇੱਕ ਉਹ ਅਟੈਚਮੈਂਟ ਜਿਹੜੀ ਇੱਕ ਸਿਕਿਉਰ ਫਿਗਰ ਦੇ ਨਾਲ, ਅਡਲਟ ਫਿਗਰ ਦੇ ਨਾਲ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਪਾਉਂਦੀ। ਤਾਂ ਇਸ ਕਰਕੇ ਉਹ ਕਈ ਚੀਜ਼ਾਂ ਤੇ ਪਿਛੜ ਜਾਂਦੇ ਨੇ ਬੱਚੇ, ਮੈਂਟਲ ਹੈਲਥ ਲਈ ਵੀ ਸਟਰਗਲ ਕਰਦੇ ਨੇ, ਜਿਸ ਤਰ੍ਹਾਂ ਮੈਂ ਕਿਹਾ ਸਬਸਟੈਂਸ ਅਬਿਊਜ਼ ਵੀ ਦੇ ਪਾਸੇ ਵੀ ਚਲੇ ਜਾਂਦੇ ਨੇ, ਹਾਈ ਰਿਸਕ ਤੇ ਹੁੰਦੇ ਨੇ, ਸੈਲਫ ਐਸਟੀਮ ਬਹੁਤ ਲੋ ਹੈ, ਐਗਰੈਸਿਵਨੈਸ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦੇ ਵਿੱਚ, ਐਂਗਰ ਇਸ਼ੂਜ਼, ਇਹ ਸਾਰੇ ਕੰਸਰਨਸ ਉੱਥੋਂ ਦੀ ਪੈਦਾ ਹੁੰਦੇ ਨੇ। ਜੀ, ਲੈਟਸ ਟਾਕ ਅਬਾਊਟ ਸਮਥਿੰਗ ਗਾਇਤਰੀ ਜੀ, ਜਿਹੜੇ ਕਿ ਪੇਰੈਂਟਸ ਹੋਰ ਸਟਰਗਲ ਕਰਦੇ ਆ ਇੰਨੀ ਦਿਨੀ, ਸਪੈਸ਼ਲੀ ਕੋਵਿਡ ਦੀ ਜਦੋਂ ਦੀ ਗੱਲ ਹੋਈ ਆ, ਉਸ ਤੋਂ ਬਾਅਦ ਕਹਿੰਦੇ ਬੱਚਿਆਂ ਨੂੰ ਬੜੇ ਮੈਂਟਲ ਹੈਲਥ ਇਸ਼ੂਜ਼ ਆਉਣ ਲੱਗੇ। ਤੁਹਾਨੂੰ ਕੀ ਲੱਗਦਾ ਕੀ ਰੀਜ਼ਨਸ ਹੋ ਸਕਦੇ ਆ? ਰੀਜ਼ਨਿੰਗ ਜਿਸ ਤਰ੍ਹਾਂ ਦੇਖਿਆ ਗਿਆ ਹੈ ਕਿ ਸੋਸ਼ਲ ਸਕਿੱਲ ਸਭ ਤੋਂ ਜ਼ਿਆਦਾ ਬੱਚੇ ਸਟਰਗਲ ਕਰ ਰਹੇ ਨੇ, ਕਿਉਂਕਿ ਫਰੈਂਡਸ ਦੇ ਨਾਲ ਤੇ ਹੋਰ ਆਪਣੇ ਰਿਲੇਟਿਵਸ ਦੇ ਨਾਲ ਮਿਲਣਾ ਹੋਇਆ ਨਹੀਂ, ਤਾਂ ਜਿਹੜੀ ਅਸੀਂ ਪ੍ਰੈਕਟਿਸ ਕਰਦੇ ਨੇ, ਸ਼ੇਅਰਿੰਗ ਹੋ ਗਈ ਜਿਸ ਤਰ੍ਹਾਂ ਚੀਜ਼ਾਂ ਦੀ, ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਫੀਲਿੰਗਸ ਨੂੰ ਆਪਣੀ ਐਕਸਪ੍ਰੈਸ ਕਰਨਾ, ਜਾਂ ਹਮ ਕੀ ਸੋਚ ਰਹੇ ਹਾਂ ਅਸੀਂ ਆਪਣੇ ਥਾਟਸ ਨੂੰ ਐਕਸਪ੍ਰੈਸ ਕਰਨਾ, ਬੱਚੇ ਬਹੁਤ ਸਟਰਗਲ ਕਰ ਰਹੇ, ਕਿਉਂਕਿ ਲਿਮਿਟਿਡ ਟਾਈਮ ਘਰ 'ਚ ਤੁਸੀਂ ਕਿੰਨਾ ਪੇਰੈਂਟਸ ਨਾਲ ਸਪੈਂਡ ਕੀਤਾ ਹੋਏਗਾ, ਕਿੰਨਾ ਪਲੇ ਕਰਨ 'ਚ, ਤਾਂ ਉਹੀ ਸੋਸ਼ਲ ਮੀਡੀਆ, ਸੈੱਲਫੋਨ, ਟੀਵੀ, ਕੰਪਿਊਟਰਸ, ਇਹਨਾਂ ਤੇ ਬੱਚਿਆਂ ਨੇ ਕਾਫੀ ਟਾਈਮ, ਤਾਂ ਬੱਚੇ ਲੈਂਗੁਏਜ ਡੀਲੇਜ਼ ਵੀ ਅਸੀਂ ਕਈ ਦੇਖੇ ਕਿ ਲੈਂਗੁਏਜ ਡੀਲੇਜ਼ ਹੋਏ ਬੱਚਿਆਂ ਨੂੰ, ਉਹੀ ਸੋਸ਼ਲ ਇੰਟਰੈਕਸ਼ਨ ਕਿਉਂਕਿ ਨਹੀਂ ਸੀ, ਟੀਚਰਸ ਨੂੰ, ਅਥਾਰਟੀ ਫਿਗਰਸ ਨੂੰ ਰਿਸਪੌਂਡ ਕਰਨਾ, ਬੱਚਿਆਂ ਨੂੰ ਨਹੀਂ ਸਮਝ ਮੈਂ ਆਇਆ ਕਿ ਟੀਚਰ ਹੈ ਤਾਂ ਸੁਣਨਾ ਹੈ ਸੀ ਟੀਚਰ ਦੀ ਗੱਲ, ਜਾਂ ਲਾਈਨ ਬਣਾਉਣੀ ਹੈ, ਜਾਂ ਟॉय ਸ਼ੇਅਰ ਕਰਨੇ ਹੈ, ਤਾਂ ਇਹ ਕਿਉਂਕਿ ਐਨੀਮਲ, ਅਸੀਂ ਸੋਸ਼ਲ ਐਨੀਮਲ ਹੈਗੇ ਨਾ, ਤਾਂ ਉਹ ਜਦ ਓਪਰਚੁਨਿਟੀ ਬੱਚਿਆਂ ਨੂੰ ਨਹੀਂ ਮਿਲੀ, ਤਾਂ ਉਹਦੇ ਰਿਜ਼ਲਟ ਇਹ ਸਾਰੇ ਸਾਨੂੰ ਦੇਖਣ ਨੂੰ ਮਿਲ ਰਹੇ ਹੈ। ਪਰ ਹੁਣ ਗ੍ਰੈਜੂਅਲੀ ਦੇਖ ਰਹੇ ਹਾਂ ਕਿ CBE ਜਿਸ ਤਰ੍ਹਾਂ ਹੁਣ ਉਹ ਵੀ ਇਨਵੈਸਟ ਕਰ ਰਹੇ, ਇਹਦੇ 'ਚ ਪੇਰੈਂਟਸ ਕਈ ਇਨਵੈਸਟ ਕਰ ਰਹੇ ਹੈ, ਬਟ ਪੇਰੈਂਟਸ ਨੂੰ ਵੀ ਅਸੀਂ ਦੇਖਿਆ ਹੈ, ਉਹ ਸਪੈਸ਼ਲੀ ਬੱਚਿਆਂ ਨੂੰ ਹੁਣ ਗਰੁੱਪਸ 'ਚ ਲੈ ਕੇ ਜਾਣਾ ਉਹਨਾਂ ਨੇ ਦੁਬਾਰਾ ਸਟਾਰਟ ਕੀਤਾ ਹੈ। ਸੋਸ਼ਲ ਸਕਿੱਲਸ, ਪੇਰੈਂਟਸ ਆਉਂਦੇ ਆ ਸਾਡੇ ਕੋਲ ਕਿ ਹੁਣ ਅਸੀਂ ਕਿਸ ਤਰ੍ਹਾਂ ਦੁਬਾਰਾ ਕਨੈਕਟ ਕਰੀਏ ਆਪਣੇ ਬੱਚਿਆਂ ਦੇ ਨਾਲ, ਉਹ ਸਕਿੱਲਸ ਦੁਬਾਰਾ ਵਾਪਿਸ ਲੈ ਕੇ ਆਉਣ ਨੂੰ, ਉਹ ਦੁਬਾਰਾ ਸਟਰਗਲ ਹੈ ਬੱਚਿਆਂ ਦੇ ਲਈ, ਵਾਪਿਸ ਗਰੁੱਪ 'ਚ ਜਾਣਾ, ਵਾਪਿਸ ਮਿਲਣਾ ਜੁਲਣਾ, ਵਾਪਿਸ ਖੇਲਣਾ, ਵਾਪਿਸ ਸ਼ੇਅਰ ਕਰਨੀਆਂ ਚੀਜ਼ਾਂ, ਤਾਂ ਇਮੋਸ਼ਨਸ ਆਪਣੀ ਐਕਸਪ੍ਰੈਸ ਕਰਨਾ, ਗੁੱਸਾ ਵੀ, ਪਿਆਰ ਵੀ, ਫਰੈਂਡਸ਼ਿਪ ਵੀ। ਯੈਸ, ਅੱਛਾ, ਇੱਕ ਥਾਂ ਮੈਂ ਪੜ੍ਹੀ ਸੀਗੀ ਗੱਲ, ਕਹਿੰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹ ਕਹਿਣਾ ਹੁਣ ਬੰਦ ਕਰ ਦਿਓ ਕਿ ਜਦੋਂ ਅਸੀਂ ਬੱਚੇ ਸੀਗੇ ਤੇ ਅਸੀਂ ਇੱਦਾਂ ਕਰਦੇ ਹੁੰਦੇ ਸੀ, ਅਸੀਂ ਇੱਦਾਂ ਆਪਣੇ ਪੇਰੈਂਟਸ ਦੇ ਆਗਿਆਕਾਰੀ ਹੁੰਦੇ ਸੀਗੇ। ਕਹਿੰਦੇ ਤੁਹਾਡਾ ਟਾਈਮ ਵੱਖਰਾ ਸੀਗਾ, ਅੱਜ ਦੇ ਬੱਚਿਆਂ ਦਾ ਟਾਈਮ ਵੱਖਰਾ ਹੈ, ਉਹਨਾਂ ਦੀਆਂ ਸਟਰਗਲਸ ਐਂਡ ਚੈਲੰਜਸ ਵੱਖਰੀਆਂ ਨੇ। ਜਿਹੜੀਆਂ ਚੈਲੰਜਸ ਅੱਜ ਦੇ ਬੱਚਿਆਂ ਨੂੰ ਨੇ, ਉਸ ਵੇਲੇ ਤੁਹਾਨੂੰ ਐਜ਼ ਅ ਕਿਡ ਨਹੀਂ ਸੀਗੀਆਂ। ਵੁੱਡ ਯੂ ਐਗਰੀ ਟੂ ਦਿਸ? ਬਿਲਕੁਲ। ਔਰ ਦੂਸਰਾ ਉਹਦੇ ਐਡੀਸ਼ਨਲ ਨਾਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੱਜ ਚੈਲੰਜਸ ਡਿਫਰੈਂਟ ਹੈਗੇ, ਬੱਚੇ ਇੰਨੇ ਅਵੇਅਰ ਹੈ, ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਇੱਕ ਕਲਿੱਕ ਤੇ ਅਵੇਲੇਬਲ ਹੈ, ਜੋ ਸਾਡੇ ਲੋਕਾਂ ਨੂੰ ਨਹੀਂ ਸੀ। ਬੱਚਿਆਂ ਨੂੰ ਇੰਨੀ ਟॉयਜ਼ ਦੀ ਅਵੇਲੇਬਿਲਿਟੀ ਹੈ, ਪੇਰੈਂਟਸ ਦੀ ਪਰਚੇਜ਼ਿੰਗ ਪਾਵਰ ਹੁਣ ਜ਼ਿਆਦਾ ਹੈ, ਕਿਉਂਕਿ ਦੋਨੋਂ ਪੇਰੈਂਟਸ ਕੰਮ ਕਰ ਰਹੇ ਹੁਣ, ਪਹਿਲਾਂ ਇੱਕ ਜਿੱਥੇ ਕਰਦਾ ਸੀ, ਤਾਂ ਇਟਸ ਅ ਡਿਫਰੈਂਟ ਵਰਲਡ। ਅਸੀਂ ਐਪਲ ਤੇ ਔਰੇਂਜਸ ਕੰਪੇਅਰ ਨਹੀਂ ਕਰ ਸਕਦੇ, ਬਿਲਕੁਲ ਡਿਫਰੈਂਟ ਹੈ। ਔਰ ਸਪੈਸ਼ਲੀ ਉਹ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਜਦ ਅਸੀਂ ਇਮੀਗ੍ਰੈਂਟਸ ਦੇ ਪੇਰੈਂਟਸ, ਸਾਡੇ ਇਮੀਗ੍ਰੈਂਟ ਬੱਚੇ ਜਦ ਇੱਥੇ ਆਉਂਦੇ ਆ, ਤਾਂ ਉਹ ਸਭ ਕੁਝ ਤਾਂ ਹੈ ਹੀ ਕਿ ਇਟਸ ਅ ਡਿਫਰੈਂਟ ਵਰਲਡ, ਤੇ ਉਹਦੇ ਨਾਲ ਇਟ ਇਜ਼ ਅ ਡਿਫਰੈਂਟ ਵਰਲਡ, ਕਿਉਂਕਿ ਹੁਣ ਅਸੀਂ ਆਪਣੀ ਕਲਚਰ 'ਚ ਨਹੀਂ ਹੈ, ਸਾਨੂੰ ਇੱਥੇ ਇੰਗੇਜ ਹੋਣਾ, ਇੱਥੇ ਦੀ ਕਲਚਰ ਲਰਨ ਕਰਨੀ ਹੈ। ਸਾਡੇ ਬੱਚਿਆਂ ਲਈ ਉਹ ਵੀ ਇੱਕ ਚੈਲੰਜ ਹੈ ਕਿ ਘਰ ਮੈਂ, ਕਿਉਂਕਿ ਮੇਰੇ ਪੇਰੈਂਟਸ ਦੀ ਕਲਚਰ ਅਲੱਗ ਹੈ, ਉਹ ਡਿਫਰੈਂਟ ਸੋਚਦੇ ਹੈ, ਕਲੈਕਟਿਵ ਕਲਚਰ ਹੈ, ਤੇ ਬਾਹਰ ਉੱਥੇ ਮੇਰੀ ਕੀ ਕਲਚਰ ਹੈਗੀ। ਬੱਚਿਆਂ ਨੂੰ ਇਹ ਵੀ ਬੈਲੈਂਸ ਕਰਨਾ ਪੈਂਦਾ ਹੈ ਕਿ ਮੈਂ ਆਪਣੇ ਘਰ 'ਚ ਡਿਫਰੈਂਟ ਹੈ ਤੇ ਬਾਹਰ ਮੈਂ ਡਿਫਰੈਂਟ ਹਾਂ, ਮੈਂ ਕਿਸ ਤਰ੍ਹਾਂ ਉਹਨੂੰ ਮੈਨੇਜ ਕਰਾਂ, ਉਹ ਉਹਨਾਂ ਦਾ ਬਹੁਤ ਵੱਡਾ ਚੈਲੰਜ ਹੈ। ਉੱਥੇ ਫਿਰ ਪੇਰੈਂਟਸ ਦਾ ਰੋਲ ਕੀ ਹੁੰਦਾ? ਪੇਰੈਂਟਸ ਮੋਸਟਲੀ ਕੀ ਕਰਦੇ ਹੈਗੇ ਕਿ ਨੈਗੋਸ਼ੀਏਟ, ਕਿ ਮੇਰੀ ਲਿਮਿਟ ਕਿੱਥੇ ਹੈ, ਕਿ ਮੈਂ ਕਿੰਨਾ ਤੁਹਾਨੂੰ ਅਲਾਉ ਕਰ ਸਕਦੇ ਹਾਂ ਡਿਸਿਪਲਿਨ ਦੇ ਮਾਮਲੇ 'ਚ, ਕਿ ਮੈਂ ਕੀ ਚੀਜ਼ਾਂ ਆਪਣੀ ਕਲਚਰ ਦੀ ਗਿਵ ਅਪ ਕਰ ਸਕਦੇ ਹਾਂ, ਕੀ ਮੈਨੂੰ ਓਕੇ ਹੋਏਗਾ, ਕਿ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪਾਣੇ ਹੈ, ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੈ, ਕਿਹੜੇ ਤੁਹਾਡੇ ਫਰੈਂਡਸ ਹੋਣੇ, ਇਹ ਚੋਇਸ ਕੀ ਮੈਂ ਉਹਨਾਂ ਨੂੰ ਦੇਣ ਨੂੰ ਰੈਡੀ ਹੈ ਕਿ ਨਹੀਂ ਹੈ। ਤਾਂ ਪੇਰੈਂਟਸ ਬਹੁਤ ਸਟਰਗਲ ਕਰਦੇ ਨੇ। ਪੇਰੈਂਟਸ ਵੀ ਆਉਂਦੇ ਨੇ ਸਾਡੇ ਕੋਲ ਕਿ
ਕੀ ਕਰਾਂ ਮੈਂ, ਮੇਰੀ ਕਲਚਰ 'ਚ ਨਹੀਂ ਹੈ, ਮੈਂ ਇਹ ਚੀਜ਼ ਨਹੀਂ ਸਮਝ ਸਕਦੀ ਜਾਂ ਮੈਂ ਨਹੀਂ ਸਮਝ ਸਕਦਾ, ਮੈਂ ਇਹਨੂੰ ਕਿਸ ਤਰ੍ਹਾਂ ਅਲਾਉ ਕਰਾਂ। ਤਾਂ ਪੇਰੈਂਟਸ ਵੀ ਸਟਰਗਲ ਕਰਦੇ ਆ, ਬੱਚੇ ਵੀ ਸਟਰਗਲ ਕਰਦੇ ਆ, ਔਰ ਕਮਿਊਨੀਕੇਸ਼ਨ ਹੈ ਨਹੀਂ ਦੋਨਾਂ ਦੇ ਵਿੱਚ। ਤਾਂ ਉਹ ਕਮਿਊਨੀਕੇਸ਼ਨ ਨੂੰ ਅਸੀਂ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਫੈਮਿਲੀ ਸੈਸ਼ਨ ਜੀ। ਇੱਕ ਫੈਮਿਲੀ ਜਿਹਦੇ 'ਚ 3 ਬੱਚੇ ਤੇ ਉਹਨਾਂ 'ਚੋਂ 2 ਬੱਚੇ ਠੀਕ ਤੇ ਤੀਸਰੇ ਬੱਚੇ ਨੂੰ ਪ੍ਰੋਬਲਮ ਜ਼ਿਆਦਾ, ਉਹ ਬਿਲਕੁਲ ਨਾ ਜਿਵੇਂ ਰਿਬੈਲੀਅਸ ਹੋ ਗਿਆ ਹੋਵੇ, ਇਸ ਤਰ੍ਹਾਂ ਸੀ। ਕਹਿੰਦੇ ਕਿ ਵੀ ਅਸੀਂ ਤਾਂ ਸਾਰੇ ਬੱਚਿਆਂ ਨੂੰ 2 ਜਣੇ ਹਸਬੈਂਡ ਵਾਈਫ ਕੰਮ ਕਰਦੇ ਸੀ ਕਿ ਜਿੰਨਾ ਕੁ ਟਾਈਮ ਦੇ ਸਕਦੇ ਸੀ ਉਨਾ ਹੀ ਦਿੱਤਾ, 2 ਜਣੇ ਚੰਗੇ ਨਿਕਲੇ, 1 ਜਣੇ ਨੂੰ ਕੀ ਹੋ ਗਿਆ? ਉੱਥੇ ਪੈਰੈਂਟਿੰਗ ਦਾ ਅਸਰ ਕੀ ਹੋਇਆ ਨਹੀਂ? ਪੇਰੈਂਟਿੰਗ ਦਾ ਅਸਰ ਬਿਲਕੁਲ ਹੋ ਸਕਦਾ ਹੈ, ਲੇਕਿਨ ਪੇਰੈਂਟਿੰਗ ਦੇ ਨਾਲ ਉਹਨਾਂ ਦਾ ਸਾਰੇ ਬੱਚਿਆਂ ਦਾ ਜੈਨੇਟਿਕ ਮੇਕਅਪ ਵੀ ਅਲੱਗ ਹੈ। ਬੱਚਿਆਂ ਦੇ 2 ਬੱਚਿਆਂ ਦੇ ਬਾਅਦ ਤੀਸਰੇ ਬੱਚੇ ਤੱਕ ਆਉਂਦੇ ਕਈ ਵਾਰ ਪੇਰੈਂਟਸ ਵੀ ਕਹਿੰਦੇ ਆ ਕਿ ਚਲੋ ਅਸੀਂ ਹੋਰ ਪਰਮਿਸਿਵ ਹੋ ਜਾਂਦੇ ਆ, 2 ਹੋ ਗਏ ਨੇ, ਹੈ ਨਾ। ਔਰ ਤੀਸਰਾ ਬੱਚੇ ਦਾ ਆਪਣਾ ਐਕਸਪੀਰੀਅੰਸ ਆਊਟਸਾਈਡ ਕਿਸ ਤਰ੍ਹਾਂ ਰਹਿੰਦਾ ਹੈ ਨਾ। ਛੋਟਾ ਬੱਚਾ ਸਭ ਤੋਂ ਛੋਟਾ ਯੰਗੈਸਟ ਨੂੰ ਕਹਿੰਦੇ ਉਹ ਪ੍ਰੋਟੈਕਟਿਵ ਹੁੰਦਾ ਹੈ, ਵੱਡੇ 2 ਹੈ, ਜੇ ਕੋਈ ਕੰਮ ਵੀ ਉਹਨਾਂ ਨੂੰ ਐਲੋਕੇਟ ਕੀਤਾ ਪੇਰੈਂਟਸ ਨੇ ਤਾਂ ਵੱਡੇ ਕਹਿੰਦੇ ਚਲੋ ਅਸੀਂ ਕਰ ਦਿੰਦੇ ਆ, ਹੈ ਨਾ। ਤਾਂ ਉਹ ਪ੍ਰੋਟੈਕਟਿਡ ਚਾਈਲਡ ਆਫ ਦਾ ਫੈਮਿਲੀ ਹੁੰਦਾ ਹੈ। ਉਹ ਇੱਕ ਬਿਲਕੁਲ ਹੀ ਅਲੱਗ ਟੌਪਿਕ ਹੈਗਾ ਕਿ ਫਸਟ ਬੋਰਨ, ਸੈਕਿੰਡ ਬੋਰਨ, ਥਰਡ ਬੋਰਨ ਦੀ ਕੈਰੈਕਟਰਿਸਟਿਕਸ ਕਿਸ ਤਰ੍ਹਾਂ ਡਿਵੈਲਪ ਹੁੰਦੀਆਂ ਨੇ। ਹੋ ਸਕਦਾ ਹੈ ਕਿ ਉਸ ਬੱਚੇ ਦਾ ਕਿਉਂਕਿ ਇੰਨਾ ਪ੍ਰੋਟੈਕਟਿਡ ਹੋ ਰਹਿੰਦਾ ਹੈ, ਤਾਂ ਇੱਕ ਥਿਊਰੀ ਇਹ ਵੀ ਕਹਿੰਦੀ ਹੈ ਕਿ ਕਿਉਂਕਿ ਅਸੀਂ ਉਹਨਾਂ ਦੇ ਲਈ ਕੰਮ ਕਰ ਦਿੰਦੇ ਆ, ਡਿਸੀਜਨ ਮੇਕਿੰਗ ਨਹੀਂ ਕਰਨੀ ਪੈਂਦੀ, ਈਜ਼ੀ ਲਾਈਫ ਹੁੰਦੀ ਹੈ, ਤਾਂ ਉਹ ਰਿਸਪੌਂਸਿਬਿਲਿਟੀ ਕਈ ਵਾਰੀ ਨਹੀਂ ਲੈਂਦੇ। ਹੋਰ ਕਈ ਵਾਰੀ ਉਹੀ ਮੈਂਟਲ ਹੈਲਥ ਇਸ਼ੂਜ਼, ਚੈਲੰਜਿਸ ਕੀ ਹੈਗੇ ਕੀ ਨਹੀਂ ਹੈਗੇ ਉਹ ਵੀ ਸਾਨੂੰ ਨਹੀਂ ਪਤਾ, ਅਸੈਸ ਕਰਵਾਉਣ 'ਤੇ ਹੀ ਪਤਾ ਚੱਲਦੇ ਆ। ਕਈ ਵਾਰੀ ADHD ਹੈ, ਜਿੰਨੇ ਵੀ ਚਾਈਲਡਹੁੱਡ ਦੀ ਇਸ਼ੂਜ਼ ਰਹਿੰਦੇ ਨੇ। ਤੇ ਥੋੜੇ ਜਿਹੇ ਮੈਸੇजेस ਸ਼ਾਮਲ ਕਰ ਲੈ ਤੁਹਾਡੀ ਇਜਾਜ਼ਤ ਨਾਲ। ਹਾਂਜੀ, ਹਰਜੀਤ ਜੀ ਕਹਿੰਦੇ ਆ ਕਿ ਬੜਾ ਇੰਪੋਰਟੈਂਟ ਹੈ ਕਿ ਅਸੀਂ ਹੈਲਦੀ ਡਾਇਲੌਗ ਜਿਹੜਾ ਉਹ ਆਪਣੇ ਘਰ ਦੇ ਵਿੱਚ ਜਾਰੀ ਰੱਖੀਏ। ਮੋਨੀਟਰ ਕਰਨਾ ਬੜਾ ਜ਼ਰੂਰੀ ਹੈ। ਅਸੀਂ ਫੋਨ ਨੂੰ ਮੋਨੀਟਰ ਕਰਦੇ ਹਾਂ, ਕਿੰਨਾ ਕਰਦੇ ਹਾਂ। ਕਹਿੰਦੇ ਕਈ ਵਾਰੀ ਮੈਂ ਸ਼ੀਸ਼ੇ 'ਚ ਦੇਖਦਾ ਹੁੰਦਾ ਕਿ ਉਹਦੇ ਹੱਥ ਦੇ ਵਿੱਚ ਫੋਨ ਹੈ ਤੇ ਕੀ ਕਰਦੇ ਪਏ ਬੱਚੇ ਦੇ ਫੋਨ 'ਤੇ ਕੀ ਚੱਲਦਾ ਪਿਆ। ਕਹਿੰਦੇ ਕਿ ਕਈ ਵਾਰੀ ਬਿਨਾਂ ਦੱਸੇ ਉਹਨਾਂ 'ਤੇ ਨਿਗਰਾਨੀ ਰੱਖਣੀ ਜ਼ਰੂਰੀ ਹੁੰਦੀ ਹੈ, ਉਹਨਾਂ ਦੀ ਸੇਫਟੀ ਵਾਸਤੇ, स्पेशली व्हेन दे आर इन देयर लेट टीन्स। चिंता तो होती है। बिल्कुल ठीक बात है। एज अ पेरेंट हमें इन्वॉल्व होना है उनकी लाइफ में, ये नहीं कि हमें इन्वॉल्व नहीं होना, क्योंकि उसी से उनको हमारे एक्सटर्नल डिसिप्लिन से ही वो लर्न करेंगे कि उनको बाद में रूल्स कैसे फॉलो करने हैं। अगर हम उनको एक डिसिप्लिन नहीं सिखाएंगे तो वो नहीं करेंगे। तो निगरानी रखनी बहुत ज़रूरी है, जैसे आपने कहा, कम्प्लीटली एग्री। लेकिन हाँ, किस तरह से हम उसको इफेक्टिवली यूज़ कर सकते हैं, किस तरह से हम अपने बच्चों को भी इसमें एंगेज करें, हमें ये देखना है। तो जैसे मैंने पहले कहा कि क्लियर रूल्स एस्टैब्लिश करने बच्चों के साथ ज़रूरी है ना। बजाय पनिशमेंट देने के कि चलो पूरा हफ्ता टीवी नहीं देखेंगे, उनसे ये बताना है कि अच्छा पहले होमवर्क, क्यों मेरा रीज़न है टीवी ना देखने देने का, मे भी पहले होमवर्क करना है, उसके बाद आपको हाफ एन आवर या 1 आवर टीवी देखना है। पहले होमवर्क करिए या पहले मेरे घर में सपोर्ट करना है, उसके बाद आप अपना ये करें। तो हम उनको यही सिखाना चाहते हैं कि पहले अपने प्रायोरिटी के काम करो और उसके बाद अपने फ्री टाइम में जब भी हो यू आर अलाउड टू डू दिस। तो वो एक डायलॉग करना ज़रूरी है, और वो जो क्लियर रूल्स और कॉन्सिक्वेंसेस, जैसे मैंने पहले कहा कि अपनी मर्जी मूड के हिसाब से नहीं कि आज मेरा मन है तो आज चलो देखने दो 10 बजे तक भी टीवी, और आज ना, तो एक कंसिस्टेंसी रखनी बहुत ज़रूरी है। लेकिन और दूसरा एक मैं आजकल बहुत हम बात करते हैं हेलीकॉप्टर पेरेंटिंग की, जो कि है माइक्रो मैनेजिंग, है ना। वो कई बार अथॉरिटेरियन पेरेंटिंग के अंडर वो आ जाता है कि हम माइक्रो मैनेज करते हैं, इतने बजे तुम ये खाओगे, इतने बजे यहाँ जाना है। उसके भी बहुत ज़्यादा कॉन्सिक्वेंसेस हमने देखे हैं कि बच्चों के लिए अच्छे नहीं है, सेल्फ कॉन्फिडेंस के लिए, डिसीजन मेकिंग के लिए, सेल्फ एस्टीम के लिए, प्रॉब्लम सॉल्विंग के लिए हमने देखा ये नहीं उनको यूज़फुल होता है। ओवर प्रोटेक्टिव जब पेरेंट्स हो जाते हैं कि और वरी करते हैं बहुत ज़्यादा, एंग्जाइटी है एज अ पेरेंट्स, कोई बुक नहीं है, हम चाहते हैं हमारे बच्चे अच्छे से अच्छा करें, तो वो एक हमारी इनर नीड है जो हमें पुश करती है बच्चों के ऊपर हेलीकॉप्टर बनने के लिए। तो हमें अपनी चिंता भी देखनी है कि वो नीड हमारे अंदर कहाँ से आ रही है, हमें बच्चों के कौन से व्यवहार से ये पता चल रहा है कि ये कुछ गलत कर रहे हैं। अच्छा। अगर ये लग रहा है तो उनसे बात करनी बहुत ज़रूरी है, राइट। इसी बात से मुझे ये बात याद आई कि कई बार पेरेंट्स की एंग्जाइटी कई बार बच्चों में उनके पेरेंट्स के बिहेवियर की वजह से भी ट्रांसफ़र हो जाती है। बिल्कुल,
इसको हमारे ब्रेन में मिररिंग न्यूरॉन्स जिनको भी कहते हैं कि हम क्योंकि इतने गो में रहते हैं, चिंता में रहते हैं ना, तो वो बच्चे हमें देखते हैं कि ये मेरे मम्मी क्यों इतनी चिंता करी, चलो जल्दी करो, देर हो गई, तैयार हो, घर से निकलो। वो हमारी अपनी एंग्जाइटी है कहीं देर से पहुंचने के लिए, हम इतनी मल्टीटास्क कर रहे हैं कि वो नहीं कर पा रहे। तो बच्चे वही लर्न करते हैं जो हम उनको मिरर करते हैं। जैसे गांधी जी ने कहा है, जो आप दूसरों से सुनना चाहो वही बोलो। ऐसे ही कार्ल यूंग साइकोलॉजिस्ट हैं, वो ये कहते हैं कि हमें अपने रोल मॉडल, तो अच्छे रोल मॉडल बनना इज वन ऑफ द स्ट्रैटेजी, कि हम अपने बच्चों के लिए क्या मॉडलिंग कर रहे हैं। जो हमें वो करता हुआ देखेंगे उसी को वो फॉलो करेंगे, क्योंकि उनका वर्ल्ड दे रिवॉल्व अराउंड अस। वो हमें जो करता हुआ देखते हैं उनको लगता है यही ठीक है, हमें यही करना है। ਜੀ ਬਹੁਤ ਤਰ੍ਹਾਂ ਦੇ ਚੈਲੰਜਸ ਮਾਪਿਆਂ ਨੂੰ ਆਉਂਦੇ ਆ ਬੱਚਿਆਂ ਦਾ ਖਿਆਲ ਰੱਖਦਿਆਂ ਹੋਇਆਂ। ਕੁਝ ਕੁ ਪੈਰੈਂਟਿੰਗ ਸਟਾਈਲਸ ਦੇ ਬਾਰੇ ਅੱਜ ਗਾਇਤਰੀ ਜੀ ਨੇ ਗੱਲ ਕੀਤੀ ਔਰ ਇਹਨਾਂ ਸਾਰਿਆਂ 'ਚ ਉਹਨਾਂ ਨੇ ਦੱਸਿਆ ਹੈ ਕਿ ਅਥੋਰੀਟੇਟਿਵ ਪੈਰੈਂਟਿੰਗ ਸਟਾਈਲ ਅਪਣਾਉਣਾ ਜਿਹੜਾ ਉਹ ਠੀਕ ਹੈ ਔਰ ਬੱਚਿਆਂ ਵਾਸਤੇ ਵੀ ਔਰ ਪੇਰੈਂਟਸ ਵਾਸਤੇ ਵੀ ਵਾਜਿਬ ਹੈ। ਬਿਲਕੁਲ। ਸੋ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਪੇਰੈਂਟਸ ਬੜੇ ਸਟ੍ਰਿਕਟ ਹੈਗੇ ਆ। ਸੋ ਆਈ ਡੂ ਵਾਂਟ ਟੂ ਆਸਕ ਕਿ ਜੇ ਅਸੀਂ ਬੱਚਿਆਂ ਦੇ ਵਿੱਚ ਇਹ ਚਾਹੁੰਦੇ ਹਾਂ ਕਿ ਉਹ ਇੰਡੀਪੈਂਡੈਂਟ ਵੀ ਬਣਨ, ਤੇ ਫਿਰ ਕਿਹੜੀਆਂ ਨੀਤੀਆਂ ਜਿਹੜੀਆਂ ਅਪਣਾਉਣੀਆਂ ਚਾਹੀਦੀਆਂ। ਰਾਈਟ, ਇੰਡੀਪੈਂਡੈਂਸ ਇਨਕਰੇਜ ਕਰਨੀ ਬਹੁਤ ਜ਼ਰੂਰੀ ਹੈ ਬੱਚਿਆਂ 'ਚ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਬੱਚਿਆਂ ਨੂੰ ਚੋਇਸ ਦੇਣ ਦਾ, ਇੰਡੀਪੈਂਡੈਂਸ ਦੇਣ ਦਾ ਮਤਲਬ ਇਹ ਹੈ ਕਿ ਇਹ ਡਿਸਓਬੀਡੀਐਂਟ ਹੋ ਜਾਣਗੇ, ਇਹ ਰਿਬੈਲੀਅਸ ਹੋ ਜਾਣਗੇ। ਲੇਕਿਨ ਇਹ ਸਮਝਣਾ ਜ਼ਰੂਰੀ ਹੈ ਕਿ ਜਦ ਅਸੀਂ ਉਹਨਾਂ ਨੂੰ ਸੇਫ এনवायरमेंट ਪ੍ਰੋਵਾਈਡ ਕਰਾਂਗੇ ਆਪਣੀ ਚੋਇਸਿਸ ਕਰਨ ਦਾ, ਤਦ ਹੀ ਉਹ ਅੱਗੇ ਜਾ ਕੇ ਕੌਨਫੀਡੈਂਟ ਹੋਣਗੇ ਤਾਂ ਆਪਣੇ ਲਈ ਸੇਫ ਚੋਇਸਿਸ ਬਣਾਉਣਗੇ। ਏਜ ਦੇ ਹਿਸਾਬ ਨਾਲ ਜਿਸ ਤਰ੍ਹਾਂ ਛੋਟੀ ਛੋਟੀ ਓਪਰਚੁਨਿਟੀਜ਼ ਆਪਣੇ ਲਈ, ਕੱਪੜੇ ਡੇਲੀ ਪਹਿਨਣੇ ਦੇ ਚੂਜ਼ ਕਰਨੇ ਦੇ ਲਈ, ਆਪਣਾ ਸਨੈਕ ਲੰਚ ਬੈਗ ਪ੍ਰਿਪੇਅਰ ਕਰ ਲਓ, ਆਪਣੇ ਯੂਨੀਫਾਰਮ ਜਾਂ ਆਪਣੇ ਸਵੇਰੇ ਦੇ ਕੱਪੜੇ, ਇਹ ਛੋਟੀ ਛੋਟੀ ਚੋਇਸਿਸ ਜਿਹੜੀਆਂ ਹੈਗੀਆਂ, ਜਿਹੜੀਆਂ ਸਾਨੂੰ ਪਤਾ ਡੇਂਜਰਸ ਨਹੀਂ ਹੈ ਉਹਨਾਂ ਦੇ ਲਈ, ਤਾਂ ਉਹ ਸਾਨੂੰ ਉਹਨਾਂ ਨੂੰ ਪ੍ਰੋਵਾਈਡ ਕਰਨਾ ਚਾਹੀਏ। ਚੋਰਸ ਘਰ ਦੇ ਕੰਮ ਅਸੀਂ ਕਹਿੰਦੇ ਹਾਂ ਕਿ ਨਹੀਂ ਡਿਵਾਈਡ ਕਰਨੇ ਚਾਹੀਦੇ, ਬਟ ਉਹਨਾਂ ਨੂੰ ਐਨਕਰੇਜ ਕਰੋ ਘਰ ਦੇ ਕੰਮ ਕਰਨ ਲਈ। ਜੇ ਬੱਸ ਸਟਾਪ ਤੋਂ ਵਾਕ ਕਰਨਾ ਹੈ, ਫਰੈਂਡ ਦੇ ਹਾਊਸ ਤੱਕ ਜਾਣਾ ਹੈ, ਇਹ ਸਾਰੇ ਨਾਨ ਥ੍ਰੈਟਨਿੰਗ ਜਿਹੇ ਡਿਸੀਜਨਸ ਹੈਗੇ ਜਿਹੜੇ ਉਹ ਲੈ ਸਕਦੇ ਨੇ। ਤਾਂ ਇਹ ਬੱਚਿਆਂ 'ਚ ਫੋਸਟਰ ਇੰਡੀਪੈਂਡੈਂਸ ਛੋਟੀ ਛੋਟੀਆਂ ਗੱਲਾਂ ਕਰਦੀਆਂ। ਤਾਂ ਦੂਜਾ ਹੈਗਾ, ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਰਿਸਪੈਕਟਫੁਲੀ ਬੱਚਿਆਂ ਨੂੰ ਟਰੀਟ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਰਿਸਪੈਕਟ ਵਾਪਿਸ ਕਰਨ, ਤਾਂ ਅਸੀਂ ਉਸ ਤਰ੍ਹਾਂ ਹੀ ਗੱਲ ਕਰੀਏ ਜਿਸ ਤਰ੍ਹਾਂ ਅਸੀਂ ਚਾਹਾਂਗੇ ਕੋਈ ਸਾਡੇ ਨਾਲ ਕਰੇ। ਤਾਂ ਬੱਚਿਆਂ ਨੂੰ ਪ੍ਰੇਜ਼ ਦੇਣੀ ਬਹੁਤ ਜ਼ਰੂਰੀ ਹੈ। ਜਦ ਵੀ ਤੁਸੀਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਕਰਦੇ ਹੋਏ ਕੈਚ ਕਰੋ ਜਿਹੜਾ ਇੱਕ ਅੱਛਾ ਬਿਹੇਵੀਅਰ ਹੈ, ਜਿਹੜਾ ਤੁਸੀਂ ਚਾਹੁੰਦੇ ਹੋ ਕਿ ਬੱਚੇ ਇਹ ਵਿਵਹਾਰ ਕਰਨ, ਤਾਂ ਉਹਨਾਂ ਨੂੰ ਜ਼ਰੂਰ ਐਨਕਰੇਜ ਕਰੋ। ਉਹ ਇਟ ਵਿਲ ਗੋ ਅ ਲੌਂਗ ਵੇ। ਬੱਚੇ ਸਮਝਦੇ ਨੇ ਕਿ ਮੇਰੇ ਪੇਰੈਂਟਸ ਨੇ ਮੈਨੂੰ ਐਪਰੀਸ਼ੀਏਟ ਕੀਤਾ, ਦੇ ਲਾਈਕ ਇਟ, ਆਈ ਸ਼ੁੱਡ ਡੂ ਇਟ ਮੋਰ, ਰਾਈਟ। ਤਾਂ ਇਹ ਥੋੜ੍ਹੀ ਜਿਹੀ ਸਟ੍ਰੈਟਜੀਜ਼ ਹੈ। ਤਾਂ ਬੱਚਿਆਂ ਦੇ ਲਈ ਆਪਣਾ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ, ਜਿਹਨੂੰ ਅਸੀਂ ਕਹਿੰਦੇ ਕੁਆਲਿਟੀ ਟਾਈਮ ਨਿਕਾਲਣਾ, ਰਾਈਟ। ਔਰ ਆਪਣੇ लिए बहुत हार्ड ना होएं पेरेंट्स, क्योंकि there is no rule book. There are times जब हम बहुत disheartened feel करते हैं, there are no right or wrong answers and nobody is a bad parent. हम सब अपने पेरेंट्स से अच्छा करना चाहते हैं, तो अपनी नीड्स का ध्यान ज़रूर रखें, अपने को एक ब्रेक ज़रूर दें, अपने सेल्फ केयर में ज़रूर इंडल्ज करें, ताकि आप रिचार्ज होकर अपनी बैटरी को वापस अपने बच्चों के साथ जा सकें। That's sweet. On this note, गायत्री जी बहुत बहुत शुक्रिया हमारे साथ शामिल होने के लिए। थैंक यू।